ਕਈ ਮਤੇ ਹੁੰਦੇ ਜਿਹੜੇ ਪਾਸ ਹੁੰਦੇ, ਪਰ ਇਹ ਬਹੁਤ ਹੀ ਸਪੈਸ਼ਲ ਸੈਸ਼ਨ ਹੈਗਾ, ਸਪੈਸ਼ਲ ਮੁੱਦਾ ਹੈਗਾ ਤੇ ਇਹਦਾ ਏਜੰਡਾ ਜੇ ਨਹੀਂ ਦਿੱਤਾ ਗਿਆ ਤਾਂ ਅਸੀਂ ਡਿਸਕਸ ਕੀ ਕਰਾਂਗੇ ਕੱਲ। ਸੁਖਬੀਰ ਜੀ, ਜੇ ਤੁਸੀਂ ਇੰਨੀ ਹਿੰਮਤ ਜਦੋਂ ਆ ਪਹਿਲਾਂ ਆਰਡੀਨੈਂਸ ਲੈ ਕੇ ਆਏ ਉਦੋਂ ਦਿਖਾ ਲੈਂਦੇ ਤੇ ਸ਼ਾਇਦ ਆ ਸਾਰਾ ਰੌਲਾ ਹੀ ਨਹੀਂ ਸੀ ਪੈਣਾ। ਇਹਨਾਂ ਦੇ ਆਪ ਦੇ ਘਰੋਂ ਉੱਥੇ ਬੀਬਾ ਹਰਸਿਮਰਤ ਕੌਰ ਜੀ ਮੰਤਰੀ ਸੀਗੇ, ਸ਼ੀ ਵਾਜ਼ ਵੈਰੀ ਮਚ ਪਾਰਟ ਐਂਡ ਪਾਰਸਲ ਆਫ ਦਿਸ ਐਂਟਾਇਰ। ਇਨਫੈਕਟ ਬੜਾ ਗੰਭੀਰ ਆਰੋਪ ਲਗਾ ਰਿਹਾ ਮੈਂ ਵਿਦ ਫੁੱਲ ਰਿਸਪੌਂਸਿਬਿਲਿਟੀ। ਦੇ ਆਰ ਇਕੁਅਲ ਪਾਰਟਨਰਸ ਇਨ ਦਾ ਕ੍ਰਾਈਮ। ਬਹੁਤ ਵੱਡਾ ਦਰੋਹ ਕੀਤਾ ਇਹਨਾਂ ਨੇ ਕਿਸਾਨਾਂ ਨਾਲ, ਦੇਸ਼ ਨਾਲ, ਤੇ ਮੈਂ ਸਮਝਦਾ ਪੰਜਾਬ ਦੇ ਨਾਲ ਅਕਾਲੀਆਂ ਨੇ। 4 ਮਹੀਨੇ ਲੱਗੇ ਸੁਖਬੀਰ ਬਾਦਲ ਨੂੰ ਆ ਗੱਲ ਸਮਝਣ ਵਾਸਤੇ ਵੀ ਇਹਨਾਂ ਕਾਨੂੰਨਾਂ ਦੇ ਵਿੱਚ ਕਿਸਾਨ ਦੀ ਬਰਬਾਦੀ ਲਿਖੀ ਹੋਈ ਹੈ। 4 ਮਹੀਨੇ ਲੱਗੇ, ਐਗਜ਼ੈਕਟ 4 ਮੰਥਸ। ਉਹਦੇ ਬਾਅਦ ਉਹਨਾਂ ਨੂੰ ਸਮਝ ਆਈ, ਜਾਂ ਤਾਂ ਉਹਨਾਂ ਨੇ ਪਹਿਲਾਂ ਪੜ੍ਹੇ ਨਹੀਂ ਜਾਂ ਜਾਣਬੁੱਝ ਕੇ ਉਹਨਾਂ ਨੂੰ ਅਣਗਹਿਲੀ ਕਰਦੀ, ਕਿਉਂਕਿ ਕੁਰਸੀ ਦਾ ਪਿਆਰ ਹੀ ਇੰਨਾ ਸੀ ਸੁਖਬੀਰ ਜੀ ਦੇ ਵੀ ਮੈਂ ਕੁਰਸੀ ਕਿਵੇਂ ਛੱਡੂੰਗਾ ਜੇ ਇਹਨਾਂ ਨੂੰ ਕਾਲੇ ਕਾਨੂੰਨ ਕਹਿਤਾ ਤਾਂ ਉਹਨਾਂ ਨੇ ਮੋਦੀ ਸਾਹਿਬ ਨੇ ਚੱਕ ਕੇ ਬਾਹਰ ਮਾਰਨਾ। ਕੇਜਰੀਵਾਲ ਸਾਹਿਬ ਦੀ ਉੱਥੇ ਸਰਕਾਰ ਹੈ, ਤੁਸੀਂ ਇੱਥੇ ਆ ਕੇ ਰੌਲਾ ਪਾਈ ਜਾਂਦੇ ਹੋ। ਤੁਸੀਂ ਦਿੱਲੀ ਸਰਕਾਰ ਦੀ ਜੜ 'ਚ ਬੈਠੇ ਹੋ, ਤੁਹਾਡੀ ਉੱਥੇ ਅਸੈਂਬਲੀ ਹੈ, ਯੂ ਹੈਵ ਐਬਸੋਲੂਟ ਮੈਜੋਰਿਟੀ, ਸਾਰੀਆਂ ਸੀਟਾਂ ਇਹਨਾਂ ਕੋਲ ਹੈ, ਤੇ ਉੱਥੇ ਖੜੇ ਹੋ ਕੇ ਪਾਸ ਕਰਕੇ ਸਾਨੂੰ ਭੇਜ ਦਿਓ ਜੀ ਆ ਸਾਡਾ ਤਾਂ ਹੈ। ਕਿਉਂ ਨਹੀਂ ਕੀਤਾ? 4 ਮਹੀਨੇ ਦੇ ਬਾਅਦ ਕੇਜਰੀਵਾਲ ਸਾਹਿਬ 4 ਮਿੰਟ ਬੋਲੇ। ਇੱਕ ਥਾਂ ਉਹਨਾਂ ਨੇ ਕਿਤੇ ਬੀਜੇਪੀ ਨੂੰ ਨਹੀਂ ਇਸ ਮਸਲੇ 'ਚ ਮਾੜਾ ਦੱਸਿਆ, ਇੱਕ ਥਾਂ ਉਹਨਾਂ ਨੇ ਕਿਤੇ ਕਿਸਾਨ ਦੀ ਗੱਲ ਨਹੀਂ ਕੀਤੀ। 4 ਮਿੰਟ ਬੋਲ ਕੇ ਨਿਬੇੜਤਾ ਤੇ ਸਾਨੂੰ ਪੁੱਛੀ ਜਾਂਦੇ ਹੋ ਖਰੜਾ ਦਿਖਾਓ। ਵੀਰ ਬਾਦਲ ਜੀ ਬੜੀ ਕੁਰਬਾਨੀ ਲੈ ਕੇ ਆਪਣੇ ਆਪ ਨੂੰ ਇੱਥੇ ਕੁਰਬਾਨੀ ਦਿਖਾਉਣ ਦੀ ਗੱਲ ਕਰੀ ਜਾਂਦੇ ਵੀ ਬੜੇ ਸ਼ਹੀਦ ਆਏ, ਜਿੰਦਾ ਸ਼ਹੀਦ ਤੁਰੇ ਫਿਰਦੇ ਆ। ਕੁਰਸੀ ਇਹਨਾਂ ਵਾਸਤੇ ਕੁਰਬਾਨੀਆਂ ਹੋ ਗਈਆਂ। ਯੂਪੀ ਤੋਂ ਟਰੱਕ ਭਰ ਕੇ ਆਏ ਜਿਹੜੇ ਫੜੇ ਵੀ ਗਏ ਨੇ, ਉਹਨਾਂ ਦਾ ਕੀ ਹਿਸਾਬ ਕਿਤਾਬ ਹੈ? ਕਿਉਂਕਿ ਪਹਿਲੀ ਇੱਥੋਂ ਦੀ ਪ੍ਰੋਡਿਊਸ ਤਾਂ ਪਹਿਲੇ ਨਹੀਂ ਚੱਕੀ ਜਾਂਦੀ, ਹੁਣ ਉੱਥੋਂ ਲਿਆ ਕੇ ਸਾਨੂੰ ਵੇਚਣਗੇ। ਮੋਦੀ ਸਾਹਿਬ ਬਾਰ-ਬਾਰ ਹਰੇਕ ਸਟੇਜ ਤੇ ਮੈਨੇ ਕਿਸਾਨ ਕੋ ਆਜ਼ਾਦੀ ਦੇਤੀ, ਆ ਤਾਂ ਪਹਿਲੇ ਵੀ ਹੋ ਰਿਹਾ ਸੀਗਾ। ਕਿਉਂ ਹੋ ਰਿਹਾ ਸੀਗਾ? ਬਿਕੋਜ਼ ਕਿਸਾਨ ਦੀ ਜਿਹੜੀ ਫਸਲ ਹੈ MSP ਤੇ ਨਹੀਂ ਵਿਕਦੀ ਪਈ। ਮੋਦੀ ਸਾਹਿਬ ਦੀ ਸਰਕਾਰ ਉੱਥੇ ਯੂਪੀ 'ਚ ਸਰਕਾਰ ਕਿਹਦੀ ਹੈ? ਯੋਗੀ ਸਾਹਿਬ ਦੀ। ਯੋਗੀ ਸਾਹਿਬ ਕੌਣ ਹੈ? ਬੀਜੇਪੀ ਦੇ ਮੁੱਖ ਮੰਤਰੀ ਹੈ। ਤੇ ਫਿਰ ਉੱਥੇ ਕਿਉਂ ਨਹੀਂ ਵਿਕਦੀ ਜੀ? ਇੱਥੇ ਆ ਕੇ MSP ਜ਼ਿਆਦਾ ਮਿਲਦੀ ਹੈ। ਤੁਸੀਂ ਤਾਂ ਡਰਾਮੇ ਕਰੀ ਜਾਂਦੇ, ਤੁਹਾਨੂੰ ਉੱਤੋਂ ਪੜ੍ਹ ਕੇ ਤੁਸੀਂ ਤੋਤੇ ਵਾਂਗੂ ਜੋ ਰੱਟੀ ਰਟਾਈ ਉਹਨਾਂ ਨੇ ਸਕ੍ਰਿਪਟ ਭੇਜਤੀ ਉਹ ਪੜ੍ਹੀ ਜਾਂਦੇ। ਬੀਜੇਪੀ ਜਿਹੜੇ ਕਿ ਇੱਥੇ ਵੱਡੇ ਭਰਾ ਦੀ ਰੋਲ ਵਿੱਚ ਆਉਣ ਦੀ ਬਾਰ-ਬਾਰ ਗੱਲਾਂ ਸੁਖਬੁਕਾਹਟਾਂ ਜਿਹੜੀਆਂ ਸ਼ੁਰੂ ਹੋ ਗਈਆਂ ਸੀਗੀਆਂ, ਹੁਣ ਤੁਸੀਂ ਇਹ ਕਿਉਂਕਿ ਮੁੱਦਾ ਬਹੁਤ ਭਾਰੀ ਹੋ ਗਿਆ ਔਰ ਕਿਸਾਨੀ ਜਿਹੜੀ ਹੈਗੀ ਹੈ ਬਹੁਤ ਵੱਡਾ ਵੋਟ ਬੈਂਕ ਹੈਗੀ ਹੈ ਪੰਜਾਬ ਦੇ ਵਿੱਚ, ਤੁਸੀਂ ਕਿਵੇਂ ਦੇਖਦੇ ਹੋ ਹੁਣ ਬੀਜੇਪੀ ਦੇ ਹਾਲਾਤਾਂ ਨੂੰ ਆਉਣ ਵਾਲੇ ਚੋਣਾਂ ਦੇ ਵਿੱਚ? ਮੋਦੀ ਸਾਹਿਬ ਛੱਡੋ ਖੇੜਾ, ਤੁਸੀਂ ਐਡਾ ਸੋਹਣਾ ਮੁਲਕ ਹੈ, ਕਿਉਂ ਇਹਨਾਂ ਨੂੰ ਇਹਨਾਂ ਦੇ ਵਾਹ ਪਾਣ ਲੱਗੇ ਹੋ? ਅੰਬਾਨੀਆਂ ਅਡਾਨੀਆਂ ਦੇ ਹੋਰ ਬਥੇਰੇ ਬਿਜ਼ਨਸ ਹੈ, ਕੋਈ ਹੋਰ ਲੈ ਕੇ ਦੇ ਦਿਓ ਇਹਨਾਂ ਨੂੰ ਬਿਜ਼ਨਸ, ਵਸਣ ਦਿਓ ਪੰਜਾਬ ਨੂੰ। ਸਾਡਾ ਹੱਸਦਾ ਖੇਡਦਾ ਪੰਜਾਬ ਹੈ, ਬਚਾਓ। ਖੇਤੀ ਬਿੱਲ ਜਿਹੜੇ ਕਿ ਹੁਣ ਕਾਨੂੰਨ ਬਣ ਗਏ ਨੇ, ਉਸ 'ਤੇ ਜਿਹੜੇ ਫਾਰਮਰਸ ਨੇ, ਜਿਹੜੇ ਕਿਸਾਨ ਨੇ, ਸਭ ਨੂੰ ਪਤਾ ਹੈ ਕਿ ਉਹ ਰੇਲ ਗੱਡੀਆਂ 'ਤੇ ਆਏ ਹੋਏ ਨੇ, ਸੜਕਾਂ ਰੋਕੀਆਂ ਹੋਈਆਂ ਨੇ। ਤੇ ਜੇ ਪੰਜਾਬ ਦੀ ਗੱਲ ਕਰੀਏ ਤਾਂ 30 ਜਥੇਬੰਦੀਆਂ ਇਹਦੇ ਲਈ ਜਹਿਦ ਕਰ ਰਹੀਆਂ ਨੇ ਆਪਣੇ ਤਰੀਕੇ ਦੇ ਨਾਲ। ਸਰਕਾਰ ਤੋਂ ਉਹਨਾਂ ਨੇ ਮੰਗ ਕੀਤੀ ਸੀਗੀ ਕਿ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜਿਹੜਾ ਉਹ ਬੁਲਾਇਆ ਜਾਏ ਸੂਬਾ ਸਰਕਾਰ ਤੋਂ। ਕੈਪਟਨ ਸਰਕਾਰ ਨੇ 19 ਤਰੀਕ ਨੂੰ ਸੈਸ਼ਨ ਰੱਖ ਵੀ ਲਿਆ ਹੈ। ਪੰਜਾਬ ਦੇ ਜਿਹੜੇ ਪ੍ਰਧਾਨ ਨੇ ਕਾਂਗਰਸ ਦੇ, ਸੁਨੀਲ ਜਾਖੜ, ਉਹਨਾਂ ਨਾਲ ਅੱਜ ਅਸੀਂ ਗੱਲਬਾਤ ਕਰਨ ਆਏ ਹਾਂ, ਜਾਣਕਾਰੀ ਲੈਣ ਆਏ ਹਾਂ ਕਿ ਕੱਲ੍ਹ ਵਿਧਾਨ ਸਭਾ ਦਾ ਜਿਹੜਾ ਸਪੈਸ਼ਲ ਸੈਸ਼ਨ ਕਿਸਾਨਾਂ ਦੀ ਇਸ ਸਮੱਸਿਆ ਦੇ ਹੱਲ ਲਈ ਜਾਂ ਉਹਦੀ ਬਹਿਸ ਲਈ ਜਾਂ ਉਸ ਨੂੰ ਐਨਾਲਿਸਿਸ ਕਰਨ ਲਈ ਬੁਲਾਇਆ ਗਿਆ ਹੈ, ਅਸਲ ਦੇ ਵਿੱਚ ਉਹਦੇ 'ਚ ਕੱਲ੍ਹ ਕੀ ਹੋਣ ਵਾਲਾ ਹੈ। ਜਿੱਥੋਂ ਤੱਕ ਅਸੀਂ ਗੱਲ ਕਰੀਏ ਵਿਰੋਧੀ ਧਿਰਾਂ ਦੀ ਜਾਂ ਫਿਰ ਦੂਸਰੀਆਂ ਪਾਰਟੀਆਂ ਦੀ, ਉਹਨਾਂ ਦੇ ਆਪਣੇ ਆਪਣੇ ਮਤ ਨੇ, ਪਰ ਸਰਕਾਰ ਕੋਲ ਜਾਂ ਸਰਕਾਰੀ ਨੁਮਾਇੰਦਿਆਂ ਕੋਲ ਜਾਂ ਉਸ ਪਾਰਟੀ ਕੋਲ ਜਿਹਦੀ ਸਰਕਾਰ ਸੀਗੀ ਹੈ ਆਲਰੇਡੀ, ਉਹਨਾਂ ਦੇ ਕੋਲ ਆਉਣਾ ਜ਼ਰੂਰੀ ਸੀਗਾ ਕੱਲ੍ਹ ਦੇ ਬਾਰੇ ਵਿੱਚ ਜਾਣਨ ਲਈ। ਸਰ, ਤੁਹਾਡਾ ਬਹੁਤ-ਬਹੁਤ ਸਵਾਗਤ ਹੈਗਾ। ਸ਼ੁਕਰੀਆ ਬਿੰਦੂ ਜੀ, ਤੁਸੀਂ ਮੌਕਾ ਦਿੱਤਾ ਤੁਹਾਡੇ ਚੈਨਲ ਦੇ ਰਾਹੀਂ ਸਾਰੇ ਸਰੋਤਿਆਂ ਨਾਲ ਗੱਲ ਕਰਨ ਦਾ। ਸਰ, ਕੱਲ੍ਹ ਜਿਹੜਾ ਸੈਸ਼ਨ ਹੈ, ਆਮ ਤੌਰ 'ਤੇ ਪਾਰਟੀਆਂ ਜਿਹੜੇ, ਮੈਂ ਸਵਾਲ ਹੀ ਉੱਥੋਂ ਸ਼ੁਰੂ ਕਰਾਂਗੀ, ਉਹ ਕਹਿ ਰਹੀਆਂ ਨੇ ਸਾਰੀਆਂ ਵੀ ਸਾਨੂੰ ਤਾਂ ਕੋਈ ਏਜੰਡਾ ਨਹੀਂ ਦਿੱਤਾ ਗਿਆ। ਵੀ ਆਮ ਤੌਰ 'ਤੇ ਕਹਿੰਦੇ ਜੀ ਅਕਾਲੀ ਦਲ ਨਾਲ ਜਾਂ ਹੋਰਾਂ ਨਾਲ ਵੀ ਜਿਨ੍ਹਾਂ ਨਾਲ ਗੱਲ ਕਰੋ, ਉਹ ਕਹਿੰਦੇ ਜੀ ਈਵਨ ਆਪ ਨਾਲ ਵੀ ਗੱਲ ਕੀਤੀ, ਉਹ ਕਹਿੰਦੇ ਜੇ ਏਜੰਡਾ ਦਿੱਤਾ ਨਹੀਂ, ਬਾਕੀ ਦਿਨਾਂ ਦੇ ਵਿੱਚ ਤਾਂ ਚਾਹੇ ਹਾਂਜੀ ਮਤਲਬ ਕਿ ਸਭ ਨੇ ਸਪੀਕਰ ਸਾਹਿਬ ਵੀ ਕਹਿ ਦਿੰਦੇ ਵੀ ਹੋ ਗਿਆ ਪਾਸ ਹੋ ਗਿਆ, ਹਾਂ ਸਭ ਕੀ ਹਾਂ ਹੈ ਔਰ ਪਾਸ ਹੋ ਗਿਆ। ਕਹਿੰਦੇ ਉਹ ਚਲੋ ਦੂਸਰੀ ਤਰ੍ਹਾਂ ਦੇ ਕਈ ਮਤੇ ਹੁੰਦੇ ਜਿਹੜੇ ਪਾਸ ਹੁੰਦੇ, ਪਰ ਇਹ ਬਹੁਤ ਹੀ ਸਪੈਸ਼ਲ ਸੈਸ਼ਨ ਹੈਗਾ, ਸਪੈਸ਼ਲ ਮੁੱਦਾ ਹੈਗਾ ਤੇ ਇਹਦਾ ਏਜੰਡਾ ਜੇ ਨਹੀਂ ਦਿੱਤਾ ਗਿਆ ਤਾਂ ਅਸੀਂ ਡਿਸਕਸ ਕੀ ਕਰਾਂਗੇ ਕੱਲ੍ਹ? ਦੇਖੋ ਬਿੰਦੂ ਜੀ, ਏਜੰਡਾ ਸਾਰਿਆਂ ਨੂੰ ਪਤਾ ਹੈ। ਅਗਰ ਜੇ ਨਹੀਂ ਪਤਾ ਕਿਸੇ ਨੂੰ ਤਾਂ ਸ਼ਾਇਦ ਬੀਜੇਪੀ ਜਾਂ ਬੀਜੇਪੀ ਦੇ ਜਿਹੜੇ ਹੁਣ ਤਾਈਂ ਮਹੀਨੇ ਪਹਿਲਾਂ ਤਾਈਂ ਭਾਈਵਾਲ ਸੀਗੇ ਅਕਾਲੀ, ਉਹਨਾਂ ਦੇ ਸ਼ਾਇਦ ਸਮਝ ਨਹੀਂ ਆਇਆ ਏਜੰਡਾ ਕੀ ਹੈ। ਏਜੰਡਾ ਕਿਸਾਨ ਹੈ, ਏਜੰਡਾ ਕਿਸਾਨ ਦੀ ਬਿਹਤਰੀ ਹੈ, ਏਜੰਡਾ ਹੈ ਕਿਸਾਨ ਨੂੰ ਕਿਸ ਤਰ੍ਹਾਂ ਬਚਾਇਆ ਜਾਵੇ ਇਹਨਾਂ ਕਾਲੇ ਕਾਨੂੰਨਾਂ ਤੋਂ।
ਤੇ ਜਿਹੜੇ ਅੱਜ ਕਹਿੰਦੇ ਆ ਵੀ ਸਾਨੂੰ ਡਰਾਫਟ ਦਿਓ ਬਿੱਲ ਦਾ ਜਿਹੜੇ ਤੇ ਅਸੀਂ ਡਿਸਕਸ ਕਰਨਾ ਹੈ, ਕੌਣ ਕਹਿ ਰਹੇ ਉਹ ਲੋਕ? ਅਕਾਲੀ ਕਹਿ ਰਹੇ ਆ। ਮੈਂ ਅਕਾਲੀਆਂ ਤੋਂ ਤੁਹਾਡੇ ਰਾਹੀਂ ਬੜੇ ਸਤਿਕਾਰ ਨਾਲ ਪੁੱਛਣਾ ਚਾਹੁੰਦਾ ਵੀ ਅੱਜ ਜਿਨ੍ਹਾਂ ਨੇ ਇੰਨੀ ਹਿੰਮਤ ਕਰਕੇ ਪੁੱਛ ਰਹੇ ਹੈ, ਜੇ ਸੁਖਬੀਰ ਜੀ, ਮੇਰੀ ਉਹਨਾਂ ਨੂੰ ਬੇਨਤੀ ਹੈ, ਸੁਖਬੀਰ ਜੀ ਜੇ ਤੁਸੀਂ ਇੰਨੀ ਹਿੰਮਤ ਜਦੋਂ ਪਹਿਲਾਂ ਆਰਡੀਨੈਂਸ ਲੈ ਕੇ ਆਏ ਉਦੋਂ ਦਿਖਾ ਲੈਂਦੇ ਤੇ ਸ਼ਾਇਦ ਸਾਰਾ ਰੌਲਾ ਹੀ ਨਹੀਂ ਸੀ ਪੈਣਾ। ਜੇ ਸੁਖਬੀਰ ਜੀ ਨੇ ਹਿੰਮਤ, ਕਿਉਂਕਿ ਦੇਵਰ ਪ੍ਰੀ ਡਿਸਕਸ਼ਨਸ ਬਿਫੋਰ ਈਵਨ ਦਾ ਨੋਟੀਫਿਕੇਸ਼ਨ ਆਇਆ ਹੈ, ਜਿਹੜੇ ਆਰਡੀਨੈਂਸਿਸ ਹੈ ਉਹ ਵੀ ਕੈਬਨਿਟ 'ਚ ਡਿਸਕਸ ਹੋਏ ਹੈ। ਇਹਨਾਂ ਦੇ ਆਪ ਦੇ ਘਰੋਂ ਉੱਥੇ ਬੀਬਾ ਹਰਸਿਮਰਤ ਕੌਰ ਜੀ ਮੰਤਰੀ ਸੀਗੇ, ਸ਼ੀ ਵਾਜ਼ ਵੈਰੀ ਮਚ ਪਾਰਟ ਐਂਡ ਪਾਰਸਲ ਆਫ ਦਿਸ ਐਂਟਾਇਰ। ਇਨਫੈਕਟ ਬੜਾ ਗੰਭੀਰ ਆਰੋਪ ਲਗਾ ਰਿਹਾ ਮੈਂ ਵਿਦ ਫੁੱਲ ਰਿਸਪੌਂਸਿਬਿਲਿਟੀ, ਦੇ ਆਰ ਇਕੁਅਲ ਪਾਰਟਨਰਸ ਇਨ ਦਾ ਕ੍ਰਾਈਮ। ਬਹੁਤ ਵੱਡਾ ਦਰੋਹ ਕੀਤਾ ਹੈ ਇਹਨਾਂ ਨੇ ਕਿਸਾਨਾਂ ਨਾਲ, ਦੇਸ਼ ਨਾਲ, ਤੇ ਮੈਂ ਸਮਝਦਾ ਪੰਜਾਬ ਦੇ ਨਾਲ ਅਕਾਲੀਆਂ ਨੇ। ਉਦੋਂ ਜੇ ਕਿਤੇ ਪੁੱਛ ਲੈਂਦੇ ਮੋਦੀ ਸਾਹਿਬ ਨੂੰ ਵੀ ਮੋਦੀ ਸਾਹਿਬ ਸਾਨੂੰ ਦਿਖਾਓ ਤਾਂ ਸਹੀ ਖਰੜਾ, ਤੁਹਾਡੇ ਜਿਹੜਾ ਆਰਡੀਨੈਂਸ ਲੈ ਕੇ ਆਉਣ ਲੱਗੇ ਉਹਦਾ ਖਰੜਾ ਤਾਂ ਸਾਨੂੰ ਦਿਖਾਓ। ਚਲੋ ਖਰੜਾ ਆ ਗਿਆ ਜੀ, ਨਹੀਂ ਦੇਖਿਆ ਇਹਨਾਂ ਨੇ ਪਹਿਲਾਂ ਨੋਟੀਫਿਕੇਸ਼ਨ ਹੋਣ ਤੋਂ ਪਹਿਲਾਂ, ਕਿਉਂਕਿ ਆਰਡੀਨੈਂਸਿਸ ਨੋਟੀਫਿਕੇਸ਼ਨ ਦੇ ਰਾਹੀਂ ਇੰਪਲੀਮੈਂਟ ਹੁੰਦੇ ਹੈ। ਨੋਟੀਫਿਕੇਸ਼ਨ ਦਾ ਖਰੜਾ ਆ ਗਿਆ, ਇਹਨਾਂ ਨੇ ਦੇਖ ਲਿਆ ਵੀ ਸਾਰਾ ਕੁਛ ਹੈ। ਉਹਦੇ ਬਾਅਦ ਦੋ ਹਾਲਾਤ ਬਣਦੇ ਹੈ, ਦੇਰ ਓਨਲੀ ਟੂ ਆਪਸ਼ਨਸ। ਉਹਦੇ ਵਿੱਚ ਜਾਂ ਤਾਂ ਇਹਨਾਂ ਨੇ ਪੜ੍ਹਿਆ ਨਹੀਂ ਵੀ 4 ਮਹੀਨੇ ਤਾਈਂ ਸੁਖਬੀਰ ਬਾਦਲ ਜੀ ਟਿਲ 12 ਸਪਟੈਂਬਰ ਤਾਈਂ, ਇਹ ਮੈਂ ਬੜੀ ਐਗਜ਼ੈਕਟ ਪ੍ਰੀਸਾਈਜ਼ ਡੇਟ ਦੱਸ ਰਿਹਾ, 12 ਸਪਟੈਂਬਰ ਤਾਈਂ ਸੁਖਬੀਰ ਬਾਦਲ ਜੀ ਇਹਨਾਂ ਕਾਲੇ ਕਾਨੂੰਨਾਂ ਦੇ ਸਭ ਤੋਂ ਵੱਡੇ ਵਕੀਲ ਬਣੇ ਫਿਰਦੇ ਸੀਗੇ। ਸਾਰੇ ਪੰਜਾਬ ਦੇ ਵਿੱਚ ਖੜਦੂ ਪਾ ਰੱਖਿਆ ਸੀ। ਮੇਰੇ ਨਾਲ ਉੱਥੇ ਆਲ ਪਾਰਟੀ ਮੀਟਿੰਗ ਦੇ ਵਿੱਚ ਇਹਨਾਂ ਨੇ ਬੜਾ ਮੈਨੂੰ ਦਿਖਾ ਕੇ ਪੁੱਛਿਆ, ਦੱਸੇ ਮੈਨੂੰ ਜਾਖੜੇ ਸੀ ਕਿੱਥੇ ਲਿਖਿਆ ਵੀ MSP ਖਤਮ ਹੋ ਜੂਗੀ। ਮੈਨੂੰ ਇੱਕ ਥਾਂ ਦੱਸ ਦੇ ਸੁਨੀਲ ਕਿੱਥੇ ਇਹਦੇ 'ਚ ਹੈ। 4 ਮਹੀਨੇ ਲੱਗੇ ਸੁਖਬੀਰ ਬਾਦਲ ਨੂੰ ਗੱਲ ਸਮਝਣ ਵਾਸਤੇ ਵੀ ਇਹਨਾਂ ਕਾਨੂੰਨਾਂ ਦੇ ਵਿੱਚ ਕਿਸਾਨ ਦੀ ਬਰਬਾਦੀ ਲਿਖੀ ਹੋਈ ਹੈ। 4 ਮਹੀਨੇ ਲੱਗੇ, ਐਗਜ਼ੈਕਟ 4 ਮੰਥਸ। ਉਹਦੇ ਬਾਅਦ ਉਹਨਾਂ ਨੂੰ ਸਮਝ ਆਈ, ਜਾਂ ਤਾਂ ਉਹਨਾਂ ਨੇ ਪਹਿਲਾਂ ਪੜ੍ਹੇ ਨਹੀਂ, ਜਾਂ ਜਾਣਬੁੱਝ ਕੇ ਉਹਨਾਂ ਨੂੰ ਅਣਗਹਿਲੀ ਕਰਤੀ, ਕਿਉਂਕਿ ਕੁਰਸੀ ਦਾ ਪਿਆਰ ਹੀ ਇੰਨਾ ਸੀ ਸੁਖਬੀਰ ਜੀ ਦੇ ਵੀ ਮੈਂ ਕੁਰਸੀ ਕਿਵੇਂ ਛੱਡੂੰਗਾ ਜੇ ਇਹਨਾਂ ਨੂੰ ਕਾਲੇ ਕਾਨੂੰਨ ਕਹਿਤਾ ਤਾਂ ਉਹਨਾਂ ਨੇ ਮੋਦੀ ਸਾਹਿਬ ਨੇ ਚੱਕ ਕੇ ਬਾਹਰ ਮਾਰਨਾ। ਇਵੈਂਚੁਅਲੀ ਹੋਇਆ ਉਹੀ, ਕਹਿੰਦੇ ਨੇ ਗੰਡੇ ਵੀ ਖਾਧੇ, ਦੋਨੋਂ ਪਾਸੇ ਇਹਨਾਂ ਨੂੰ ਦੋਨੋਂ ਕੰਮ ਇਹਨਾਂ ਨਾਲ ਕੀਤੇ ਕਰਨਾ ਪਿਆ। ਇਹਨਾਂ ਨੂੰ ਗੰਡੇ ਵੀ ਖਾਣੇ ਪਏ ਤੇ ਮਾੜੇ ਵੀ ਪਏ, ਸਾਰਾ ਕੁਝ ਹੋਇਆ ਇਹਨਾਂ ਦੇ ਨਾਲ। ਨਾ ਇਧਰ ਕਹਿ ਰਹੇ ਨਾ ਉਧਰ ਕਹਿ ਰਹੇ, ਨਾ ਵਿਸਾਲੇ ਸਨਮ ਮਿਲਾ ਨਾ ਹੀ ਖੁਦਾ ਮਿਲਾ, ਦੋਨੋਂ ਪਾਸਿਓਂ ਗਏ। ਪਰ ਅੱਜ ਉਹ ਲੋਕ ਜਿਹੜੇ ਕਹਿ ਰਹੇ ਆ ਜਿਨ੍ਹਾਂ ਨੂੰ 4 ਮਹੀਨੇ ਲੱਗੇ ਕਾਨੂੰਨ ਦਾ ਇੱਕ ਸਿੰਪਲ ਜਿਹੜਾ ਸਾਹਮਣੇ ਸੀਗਾ, ਜਿਹੜਾ ਅਨਪੜ੍ਹ ਕਿਸਾਨ ਸਾਥੀਆਂ ਨੂੰ, ਮੇਰੇ ਭਰਾਵਾਂ ਨੂੰ ਦਿਸੀ ਜਾਂਦਾ ਸੀਗਾ ਵੀ ਸਾਡੀ ਕਬਰ ਖੋਤੀ ਮੋਦੀ ਸਾਹਿਬ ਨੇ, ਸੁਖਬੀਰ ਜੀ ਨੂੰ ਸਮਝ ਨਹੀਂ ਆਈ, ਉਹ 4 ਮਹੀਨੇ ਲੱਗੇ। ਅੱਜ ਤੁਸੀਂ ਦੇਖੋ ਜਿਹਦਾ ਕਹਿੰਦੇ ਸਾਡੇ ਕੋਲ ਅਜੇ ਡਰਾਫਟ ਨਹੀਂ ਆਇਆ, ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਪ੍ਰਾਈਵੇਟ ਮੈਂਬਰ ਬਿੱਲ ਪਾਏ ਹੈ, ਸਪੀਕਰ ਸਾਹਿਬ ਨੂੰ ਦੇ ਕੇ ਆਏ ਹੈ, ਇੱਕ ਸ਼ਰਨਜੀਤ ਢਿੱਲੋਂ ਜੀ ਦੇ ਕੇ ਆਏ, ਇੱਕ ਵਿਕਰਮ ਮਜੀਠੀਆ ਜੀ ਦੇ ਕੇ ਆਏ। ਉਹਦੇ ਵਿੱਚ ਕਹਿ ਕੀ ਰਹੇ ਬਿੰਦੂ ਜੀ, ਇਹਨਾਂ ਨੇ ਜਿਹੜੀ ਉੱਥੇ ਮੂਵ ਕੀਤਾ ਆਪਣਾ ਪ੍ਰਾਈਵੇਟ ਬਿੱਲ 'ਚ, ਉਸ 'ਚ ਕਹਿ ਰਹੇ ਹੈ ਵੀ ਜਿਹੜਾ ਪੰਜਾਬ ਦਾ APMC ਐਕਟ ਹੈ, ਐਗਰੀਕਲਚਰ ਪ੍ਰੋਡਿਊਸ ਮਾਰਕੀਟਿੰਗ ਐਕਟ, ਜਿਹੜਾ ਸੰਸ਼ੋਧਨ ਕੀਤਾ ਸੀਗਾ 2017 'ਚ, ਉਹਨੂੰ ਖਾਰਜ ਕੀਤਾ ਜਾਵੇ। ਸੁਖਬੀਰ ਜੀ ਉਹ ਤਾਂ 2017 'ਚ ਹੋਇਆ ਸੀਗਾ, 3 ਸਾਲ ਹੋ ਗਏ, ਤੁਹਾਨੂੰ ਅੱਜ ਸਮਝ ਆਇਆ? ਉਹਦੇ ਬਾਅਦ ਕਿੰਨੇ ਸੈਸ਼ਨ ਹੋਏ, ਤੁਸੀਂ ਕਦੇ ਤਖਤੇ ਪਾ ਕੇ, ਕਦੇ ਕਾਲੇ ਚੋਗੇ ਪਾ ਕੇ, ਤੁਸੀਂ ਇੱਕ ਵਾਰੀ ਵੀ ਕਿਤੇ ਨਾਂ ਲਿਆ ਵੀ ਇਹਦੇ ਵਿੱਚ ਕਾਨੂੰਨ ਜਿਹੜਾ ਹੈ ਸੰਸ਼ੋਧਨ ਹੋਇਆ ਹੈ। ਤੇ ਮੈਂ ਅਜੇ ਵੀ ਪੁੱਛਣਾ ਚਾਹੁੰਦਾ ਬਿੰਦੂ ਜੀ, ਸੌਰੀ ਆਮ ਨਾਟ ਬੀਇੰਗ, ਮੈਂ ਆਪਣੇ ਆਪ ਨੂੰ ਨਹੀਂ ਸਮਝਦਾ ਵੀ ਮੈਂ ਗਿਆਤਾ, ਪਰ ਆਹ ਗੱਲਾਂ ਸਾਹਮਣੇ ਦੇ ਆਰ ਗਲੇਰਿੰਗ ਐਗਜ਼ਾਮਪਲਸ, ਜਿਹਨਾਂ ਨੂੰ ਕੋਈ ਅਣਗਹਿਲੀ ਇਹਨਾਂ ਨੂੰ ਅੱਖੋਂ ਪਰੋਖੇ ਕਰ ਨਹੀਂ ਸਕਦਾ। ਅਜੇ ਵੀ ਨਹੀਂ ਪੜ੍ਹੇ ਇਹਨਾਂ ਨੇ, ਜਿਹੜਾ ਇਹਨਾਂ ਨੇ ਕਿਸੇ ਨੇ ਲਿਖ ਕੇ ਇਹਨਾਂ ਨੂੰ ਦੇਤਾ ਜਾ ਕੇ ਬਿੱਲ ਦੇ ਆਏ। ਸੁਖਬੀਰ ਜੀ ਅਜੇ ਵੀ, ਆਈ ਬਿਲੀਵ ਹੀ ਵਿਲ ਬੀ, ਦੇ ਵਿਲ ਹੈਵ ਟੂ ਫੇਸ ਗ੍ਰੇਟ ਹਿਊਮਿਲੀਏਸ਼ਨ ਇਨ ਦਾ ਅਸੈਂਬਲੀ, ਜਦੋਂ ਇਹ ਕਹਿਣਗੇ ਵੀ ਇਹ ਜਿਹੜੇ ਕਾਨੂੰਨ ਹੈ ਅਜੇ ਵੀ ਨਹੀਂ ਪੜ੍ਹੇ ਇਹਨਾਂ ਨੇ। ਜਿਹੜਾ ਸਾਡਾ ਸੰਸ਼ੋਧਿਤ ਬਿੱਲ ਹੈ, ਦੇਰ ਇਜ਼ ਨਥਿੰਗ ਅਗੇਂਸਟ ਦਾ ਫਾਰਮਰ, ਕਿਸੇ ਪੱਖੋਂ ਹੀ ਨਹੀਂ। ਕਿਸੇ ਨੇ ਕਹਿਤਾ ਜੀ ਇਹਨਾਂ ਨੇ ਵੀ ਚੇਂਜ ਕੀਤਾ, ਇਹਦੇ ਵਿੱਚ ਵੀ ਮੰਡੀ ਵਾਲੀ ਗੱਲ ਕਰੀ ਜਾਂਦੇ ਤੇ ਇਹਨਾਂ ਨੂੰ ਖਾਰਜ ਕਰ ਦਿਓ। ਸੁਖਬੀਰ ਜੀ ਨੇ ਅਜੇ ਵੀ ਨਹੀਂ ਪੜ੍ਹਿਆ। ਦੂਜੀ ਗੱਲ, ਤੁਸੀਂ ਤਾਂ ਇੱਕ ਪਾਰਟੀ ਹੋ ਗਈ, ਦੂਜੀ ਪਾਰਟੀ ਦੀ ਗੱਲ ਕਰੋ ਜਿਹੜੇ ਹੈ ਆਮ ਆਦਮੀ ਪਾਰਟੀ। ਚੀਮਾ ਸਾਹਿਬ, ਅਸੀਂ ਤਾਂ ਪੰਜਾਬ 'ਚ ਬੈਠੇ ਹਾਂ, ਦਿੱਲੀੋਂ ਘੱਟੋ ਘੱਟ ਚਲੋ ਚੰਡੀਗੜ੍ਹ 250 ਕਿਲੋਮੀਟਰ ਦੂਰ ਹੋਣਾ ਹੈ, ਤੁਸੀਂ ਤਾਂ ਦਿੱਲੀ ਦੇ ਅੰਦਰ ਬੈਠੀ ਤੁਹਾਡੀ ਸਰਕਾਰ, ਤੁਸੀਂ ਨਹੀਂ ਕਿਹੜਾ ਮਤਾ ਪਾਸ ਕੀਤਾ ਉਹ ਤਾਂ ਦਿਖਾਓ ਪਹਿਲਾਂ। ਕੇਜਰੀਵਾਲ ਸਾਹਿਬ ਦੀ ਉੱਥੇ ਸਰਕਾਰ ਹੈ, ਤੁਸੀਂ ਇੱਥੇ ਆ ਕੇ ਰੌਲਾ ਪਾਈ ਜਾਂਦੇ ਹੋ, ਤੁਸੀਂ ਦਿੱਲੀ ਸਰਕਾਰ ਦੀ ਜੜ 'ਚ ਬੈਠੇ ਹੋ, ਤੁਹਾਡੀ ਉੱਥੇ ਅਸੈਂਬਲੀ ਹੈ, ਯੂ ਹੈਵ ਐਬਸੋਲੂਟ ਮੈਜੋਰਿਟੀ, ਸਾਰੀਆਂ ਸੀਟਾਂ ਇਹਨਾਂ ਕੋਲ ਹੈ, ਤੇ ਉੱਥੇ ਖੜੇ ਹੋ ਕੇ ਪਾਸ ਕਰਕੇ ਸਾਨੂੰ ਭੇਜ ਦਿਓ ਜੀ, ਸਾਡਾ ਤਾਂ ਹੈ।
ਕਿਉਂ ਨਹੀਂ ਕੀਤਾ? ਇਨਫੈਕਟ ਕੇਜਰੀਵਾਲ ਜੀ ਦੇਖੋ ਬੇਵਕੂਫ ਬਣਾ ਰਹੀ ਹੈ ਪਾਰਟੀ, ਆਮ ਆਦਮੀ ਪਾਰਟੀ। ਸਰ ਕੇਜਰੀਵਾਲ ਸਾਹਿਬ ਨੇ ਜਦੋਂ ਦੇ ਆਰਡੀਨੈਂਸਿਸ ਆਏ ਹੈ, ਫਿਰ ਕਾਨੂੰਨ ਬਣ ਗਏ ਕਾਲੇ ਕਾਨੂੰਨ, ਕੇਜਰੀਵਾਲ ਸਾਹਿਬ ਨੇ ਇੱਕ ਵਾਰੀ ਮੂੰਹ ਨਹੀਂ ਖੋਲ੍ਹਿਆ। 4 ਦਿਨ ਪਹਿਲਾਂ, ਇਹ 5 ਦਿਨ ਪਹਿਲਾਂ ਇਹਨਾਂ ਨੇ ਜਾ ਕੇ ਜੰਤਰ ਮੰਤਰ, ਇੱਥੇ ਵਾਲੇ MLA ਗਏ ਸੀਗੇ ਪੰਜਾਬ ਵਾਲੇ, ਉਦੋਂ ਕੇਜਰੀਵਾਲ ਸਾਹਿਬ ਬੋਲੇ ਪੂਰੇ 4 ਮਿੰਟ। 4 ਮਹੀਨੇ ਦੇ ਬਾਅਦ ਕੇਜਰੀਵਾਲ ਸਾਹਿਬ 4 ਮਿੰਟ ਬੋਲੇ। ਇੱਕ ਥਾਂ ਉਹਨਾਂ ਨੇ ਕਿਤੇ ਬੀਜੇਪੀ ਨੂੰ ਨਹੀਂ ਇਸ ਮਸਲੇ 'ਚ ਮਾੜਾ ਦੱਸਿਆ, ਇੱਕ ਥਾਂ ਉਹਨਾਂ ਨੇ ਕਿਤੇ ਕਿਸਾਨ ਦੀ ਗੱਲ ਨਹੀਂ ਕੀਤੀ। 4 ਮਿੰਟ ਬੋਲ ਕੇ ਨਿਬੇੜਤਾ। ਤੇ ਸਾਨੂੰ ਪੁੱਛੀ ਜਾਂਦੇ ਹੋ ਖਰੜਾ ਦਿਖਾਓ। ਸਭ ਆਪਣੀ ਨੀਅਤ ਸਾਫ਼ ਕਰੋ, ਖਰੜੇ ਤਾਂ ਸਾਰੇ ਆ ਜਾਣਗੇ। ਆਈ ਵਿਲ ਟੈਲ ਯੂ ਕੀ ਖਰੜਾ, ਕੀ ਡਰਾਫਟ ਹੈ। ਦੈਟ ਕਾਂਗਰਸ ਗਵਰਨਮੈਂਟ ਹੈਡਡ ਬਾਈ ਕੈਪਟਨ ਅਮਰਿੰਦਰ ਸਿੰਘ, ਅਸੀਂ ਕਿਸੇ ਵੀ ਹਾਲਾਤ 'ਚ ਇਹ ਕਾਲੇ ਕਾਨੂੰਨ ਦੇ ਨਾਲ ਸਾਡੇ ਕਿਸਾਨ ਦੀ ਬਰਬਾਦੀ ਨਹੀਂ ਹੋਣ ਦਿਆਂਗੇ। ਐਜ਼ ਲੌਂਗ ਐਜ਼ ਇੱਥੇ ਕਾਂਗਰਸ ਦੀ ਸਰਕਾਰ ਹੈ, ਐਜ਼ ਲੌਂਗ ਐਜ਼ ਪੰਜਾਬ ਦੇ ਅੰਦਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੈ, ਬਿਲਕੁਲ ਨਹੀਂ ਬਰਬਾਦੀ ਹੋਣ ਦਿਆਂਗੇ। ਅਸੀਂ ਇੱਕ ਦੀਵਾਰ ਬਣ ਕੇ ਇਹਨਾਂ ਦੇ ਕਾਲੇ ਕਾਨੂੰਨ ਦੇ ਸਾਹਮਣੇ ਖੜੇ ਹੋਵਾਂਗੇ। ਵਟ ਐਵਰ ਮੇ ਬੀ ਦਾ ਕਾਸਟ, ਵਟ ਐਵਰ ਮੇ। ਅਸੀਂ ਇਹਨੂੰ ਕੁਰਬਾਨੀ ਵੀ ਨਹੀਂ ਕਹਿੰਦੇ ਬਿੰਦੂ ਜੀ। ਇਹ ਸੁਖਬੀਰ ਬਾਦਲ ਜੀ ਬੜੀ ਕੁਰਬਾਨੀ ਲੈ ਕੇ ਆਪਣੇ ਆਪ ਨੂੰ ਇੱਥੇ ਕੁਰਬਾਨੀ ਦਿਖਾਉਣ ਦੀ ਗੱਲ ਕਰੀ ਜਾਂਦੇ ਵੀ ਬੜੇ ਸ਼ਹੀਦ ਆਏ, ਜਿੰਦਾ ਸ਼ਹੀਦ ਤੁਰੇ ਫਿਰਦੇ ਆ। ਕੁਰਸੀ ਇਹਨਾਂ ਵਾਸਤੇ ਕੁਰਬਾਨੀਆਂ ਹੋ ਗਈਆਂ। ਇਹ ਛੱਡੋ ਸਾਡੀ ਗੱਲ, ਅਸੀਂ ਚਲੋ ਸਾਡਾ ਰਾਜਨੀਤਿਕ ਮਤਭੇਦ ਹੈ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਉਸ ਪਾਰਟੀ ਦੇ ਅੱਜ ਗੱਦੀ ਤੇ ਬੈਠੇ ਹੋ ਜਿੱਥੇ ਕੁਰਬਾਨੀਆਂ ਦਿੱਤੀਆਂ। ਸਾਡੇ ਅਕਾਲੀ ਦਲ ਨਾਲ ਮਤਭੇਦ ਹੈ, ਪਰ 100 ਸਾਲ ਪੁਰਾਣੇ ਜਦੋਂ ਇਹਦੀ ਬਣਤਰ ਹੋਈ ਹੈ ਉਦੋਂ ਕੁਰਬਾਨੀਆਂ ਦਿੱਤੀਆਂ, ਜੇਲਾਂ ਕੱਟੀਆਂ, ਜਾਨਾਂ ਦਿੱਤੀਆਂ, ਡਾਂਗਾਂ ਖਾਧੀਆਂ, ਸਾਰਾ ਕੁਝ ਕੀਤਾ। ਇਹ ਕਹਿੰਦੇ ਵੀ ਅਸੀਂ ਸਾਡੀ ਬੱਸ ਪਰਮਿਟ ਛੱਡ ਕੇ ਤੇ 2 ਕੁਰਸੀ ਉੱਥੋਂ ਛੱਡ ਕੇ ਤੇ ਮਕਾਨ ਜਿਹੜਾ ਉਹ ਵੀ ਖਾਲੀ ਕਰਾਉਣ ਲੱਗੇ। ਮੈਨੂੰ ਪਤਾ ਲੱਗਿਆ ਮੋਦੀ ਸਾਹਿਬ ਕਹਿ ਰਹੇ ਜਿਹੜੀ ਇਹਨਾਂ ਕੋਲ ਕੋਠੀ ਹੈ ਉੱਥੇ ਦਿੱਲੀ ਦੇ ਅੰਦਰ, ਬਤੌਰ ਮੰਤਰੀ ਸੀ, ਉਹ ਵੀ ਖਾਲੀ ਹੋਣ ਲੱਗੀ। ਉਸ ਨੂੰ ਕੁਰਬਾਨੀ ਮੰਨਣ ਲੱਗੇ। This is not done. I think they are doing discredit to the rich heritage they have inherited. ਸਰ ਜਿਹੜਾ ਜੇ ਆਪਾਂ ਗੱਲ ਕਰੀਏ ਕਿਸਾਨ ਦੀ, ਖਾਸ ਕਰਕੇ ਕਿਸਾਨ ਤਾਂ ਕਿਸੇ ਵੀ ਪਾਰਟੀ ਦੇ ਨਾਲ ਲੱਗਣ ਨੂੰ ਤਿਆਰ ਨਹੀਂ, ਕਿਉਂਕਿ ਹੁਣ ਜਿਹੜੀਆਂ ਵੀ ਮੀਟਿੰਗਸ ਹੋਈਆਂ ਨੇ, ਹੁਣ 2 ਕੁ ਦਿਨ ਪਹਿਲੇ ਵੀ ਜਿਹੜੀ ਮੀਟਿੰਗ ਹੋਈ ਆ ਉੱਥੇ ਨੁਮਾਇੰਦੇ ਜਿਹੜੇ ਸੀਗੇ ਕੈਬਨਿਟ ਮਿਨਿਸਟਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਜਿਹੜੇ ਰੰਧਾਵਾ ਸਾਹਿਬ ਨੇ, ਉਹ ਉੱਥੇ ਗਏ ਸੀਗੇ। ਡੈਫੀਨੇਟਲੀ ਉਹ ਇੱਕ ਤਾਂ ਇਹ ਗੱਲ ਕਨਵੇ ਕਰਨ ਗਏ ਸੀ ਵੀ 19 ਨੂੰ ਜਿਹੜਾ ਇਜਲਾਸ ਹੈ ਤੁਹਾਡੀ ਇਹ ਮੰਗ ਪੂਰੀ ਕਰ ਦਿੱਤੀ ਗਈ ਹੈ ਤੇ ਕਿਸਾਨਾਂ ਦੇ ਨਾਲ ਹੈਗੀ ਹੈ ਜਿਹੜੀ ਪਾਰਟੀ ਹੈਗੀ ਹੈ ਜਾਂ ਸਰਕਾਰ ਹੈਗੀ ਹੈ। ਇਸ ਗੱਲ ਨੂੰ ਉੱਥੇ ਇੱਕ ਆਪਣਾ ਜਿਹੜੀ ਤਜਵੀਜ਼ ਜਾਂ ਆਪਣੀ ਗੱਲ ਰੱਖਣ ਗਏ ਸੀ, ਉਹਨਾਂ ਨਾਲ ਮੀਟਿੰਗ ਸੀਗੀ ਜੋ ਵੀ। ਪਰ ਉਸ ਦੇ ਬਾਵਜੂਦ ਕਿਸਾਨਾਂ ਦੇ ਨਾਲ ਜਦੋਂ ਉਹਦੇ ਬਾਅਦ ਪ੍ਰੈਸ ਕਾਨਫਰੰਸ ਹੁੰਦੀ ਹੈ ਤੇ ਕਿਸਾਨਾਂ ਤੋਂ ਜਦੋਂ ਪੁੱਛਿਆ ਜਾਂਦਾ ਹੈ, ਮੀਡੀਆ ਨੇ ਪੁੱਛਿਆ ਜਦੋਂ, ਉਹ ਇੱਕ ਗੱਲ ਤੇ ਕਹਿ ਰਹੇ ਹੈ ਕਿ ਅਸੀਂ ਕਿਸੇ ਵੀ ਪਾਰਟੀ ਤੇ ਤਾਂ ਤੱਕ ਯਕੀਨ ਨਹੀਂ ਕਰਾਂਗੇ ਜਦੋਂ ਤੱਕ ਕਿ ਸਾਡੀ ਗੱਲਾਂ ਜਿਹੜੀਆਂ ਮੰਨੀਆਂ ਨਹੀਂ ਜਾਂਦੀਆਂ, ਕਿਉਂਕਿ ਉਹ ਕਹਿੰਦੇ ਤਾਂ ਸਿਰੇ ਤੋਂ ਰੱਦ ਕਰਨ ਦੀ ਗੱਲ ਕਰਦੇ ਆ ਵੀ ਕਾਨੂੰਨ ਕਾਲੇ ਨੇ, ਸਾਡੀ ਮੌਤ ਹੈਗੀ ਹੈ ਤੇ ਸਾਨੂੰ ਸਿਰੇ ਤੋਂ ਜਿਹੜੀ ਰੱਦ ਕੀਤੇ ਜੇ 30 ਜਥੇਬੰਦੀਆਂ ਦੀ ਜਿੱਥੋਂ ਤੱਕ ਆਪਾਂ ਗੱਲ ਕਰੀਏ। ਇੱਕ ਗੱਲ, ਦੂਜੀ ਗੱਲ ਜਿਹੜੀ ਹੈਗੀ, ਜੇ ਤੁਸੀਂ ਆਮ ਆਦਮੀ ਪਾਰਟੀ ਦੀ ਵੀ ਗੱਲ ਕਰਦੇ ਹੋ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਕੁਐਸਚਨ ਨੇ ਤਾਂ ਹੈ ਨੇ, ਤੁਸੀਂ ਕੇਜਰੀਵਾਲ ਸਾਹਿਬ ਦੀ ਗੱਲ ਕਰਦੇ ਉਹ ਤਾਂ ਇਹ ਕਹਿੰਦੇ ਜੀ ਪਰਾਲੀ ਵਾਸਤੇ ਅਸੀਂ ਨਵਾਂ ਇੱਕ ਚੀਜ਼ ਲੈ ਕੇ ਆ ਰਹੇ ਹਾਂ। ਇੱਕ ਹੀ ਕੁਐਸਚਨ 'ਚ 3 ਕੁਐਸਚਨ ਮੇਰੇ ਤਾਂ ਆ ਰਹੇ ਹੈ ਕਿਉਂਕਿ ਇਹ ਬੜੇ ਨੇੜੇ ਜੇ ਨੇ। ਤੇ ਤੀਸਰੀ ਜਿਹੜੀ ਵੱਡੀ ਗੱਲ ਹੈ ਉਹ ਇਹ ਹੈਗੀ ਹੈ ਕਿ ਕਿਸਾਨ ਜਿਹੜਾ ਹੈਗਾ ਉਹ ਕਹਿੰਦਾ ਜੇ ਅਸੀਂ ਆਪਣੀ ਸਟੇਜਾਂ ਤੇ ਕਿਸੇ ਨੂੰ ਆਣ ਨਹੀਂ ਦੇਵਾਂਗੇ, ਕਿਸੇ ਨੂੰ ਕਰਨ ਦੇਵਾਂਗੇ। ਤੁਸੀਂ ਵੀ ਕਹਿ ਰਹੇ ਹੋ ਵੀ ਅਸੀਂ ਨਾਲ ਚੱਲ ਰਹੇ ਹਾਂ, ਅਕਾਲੀ ਦਲ ਵਾਲੇ ਕਹਿ ਰਹੇ ਹਾਂ ਅਸੀਂ ਤੁਹਾਡੇ ਲਈ ਮਾਰਚ ਕੱਢ ਰਹੇ ਹਾਂ, ਆਮ ਆਦਮੀ ਕਹਿ ਰਹੀ ਹੈ ਅਸੀਂ ਗ੍ਰਾਮ ਪੰਚਾਇਤਾਂ ਲੈ ਕੇ ਆ ਰਹੇ ਹਾਂ। ਤੇ ਜੇ ਢੀਂਡਸਾ ਹੋਰਾਂ ਦੀ ਗੱਲ ਕਰੀਏ ਜਿਹੜੀ ਉਹਨਾਂ ਦੀ ਹੈਗੀ ਡੈਮੋਕ੍ਰੈਟਿਕ ਨਵੀਂ ਯੂਨਿਟ ਖੜਾ ਹੋਇਆ, ਉਹ ਵੀ ਕਹਿੰਦੇ ਅਸੀਂ ਨਾਲ ਤੁਰ ਰਹੇ ਹਾਂ। ਕਿਸਾਨ ਤਾਂ ਕਿਸੇ ਨੂੰ ਨਾਲ ਨਹੀਂ ਹਜੇ ਲਾ ਰਹੇ, ਉਹ ਤਾਂ ਗਾਇਕਾਂ ਨੂੰ ਕਿਸੇ ਨੂੰ, ਉਹ ਮਤਲਬ ਇੰਨਾ ਜ਼ਿਆਦਾ ਇਸ ਟਾਈਮ ਖੌਫ 'ਚ ਕਹਿ ਲਓ ਜਾਂ ਆਪਣੀ ਗੱਲ ਤੇ ਹੈਗਾ। ਤੇ ਇਹਦਾ ਸੋਲੂਸ਼ਨ ਜਾਂ ਇਹਦੀ ਕਿੱਧਰ ਨੂੰ ਗੱਲ ਜਾਏਗੀ? ਦੇਖੋ ਤੁਸੀਂ ਕਈ ਸਵਾਲ ਪੁੱਛਿਆ ਹੈ ਕਿ ਖਿਚੜੀ ਜੀ ਪੱਗੀ। ਮੈਂ ਖਿਚੜੀ ਦਾ ਸ਼ਬਦ ਇਸ ਕਰਕੇ ਮੈਨੂੰ ਯਾਦ ਆ ਗਿਆ ਕਿਉਂਕਿ ਇਹਨਾਂ ਕੋਲ ਜਿਹੜਾ ਮਹਿਕਮਾ ਸੀਗਾ ਬੀਬਾ ਜੀ ਕੋਲ, ਆਪਣੇ ਹਰਸਿਮਰਤ ਕੌਰ ਜੀ ਕੋਲ, ਫੂਡ ਪ੍ਰੋਸੈਸਿੰਗ ਮਿਨਿਸਟਰੀ, ਇਹਨਾਂ ਦੀ ਇਹ ਹੈ ਪਿਛਲੇ ਇੰਨੇ ਸਾਲਾਂ ਦੀ। ਤੁਹਾਨੂੰ ਪਤਾ ਵਟ ਇਜ਼ ਦੇਅਰ ਬਿਗੇਸਟ ਅਚੀਵਮੈਂਟ ਕੀ ਹੈ ਜਿਹੜਾ ਇਹਨਾਂ ਨੇ ਮਤਲਬ ਇਹਨਾਂ ਦੀ ਮਿਨਿਸਟਰੀ ਨੇ ਜਿਹੜੇ ਆਯਾਮ ਐਸਟੈਬਲਿਸ਼ ਕੀਤੇ ਹੈ? ਕਿਤੇ ਗੌਰ ਕੀਤਾ ਜੀ? ਇਹਨਾਂ ਦਾ ਇੱਕ ਵਾਰ ਬਿਆਨ ਆਇਆ ਸੀ ਵੀ ਅਸੀਂ ਇੱਕ ਫੂਡ ਫੈਸਟੀਵਲ ਲੱਗਿਆ ਸੀਗਾ ਇੰਡੀਆ ਗੇਟ ਦੇ ਉੱਤੇ, ਤੁਹਾਨੂੰ ਸ਼ਾਇਦ ਯਾਦ ਹੋਵੇ, ਉੱਥੇ ਪ੍ਰਧਾਨ ਮੰਤਰੀ ਵੀ ਗਏ ਸੀ ਤੇ ਉਦੋਂ ਉਹਨੇ ਕਿਹਾ ਸੀ 42 ਕੁਇੰਟਲ ਖਿਚੜੀ ਪਕਾਈ ਹੈ। ਸੋ ਉਹ ਜੀ ਖਿਚੜੀ ਹੁਣ ਪੱਕੀ ਜਾਂਦੀ ਹੈ। ਦੇਖੋ ਮੇਰਾ ਬੜੇ ਸਤਿਕਾਰ ਨਾਲ ਸਭ ਜਿਹੜੇ ਜਿੰਨੇ ਵੀ 30 ਜਾਂ 31 ਜਿਹੜੀ ਯੂਨੀਅਨਸ ਹੈਗੀਆਂ, ਈਚ ਰਿਪਰੈਜ਼ੈਂਟ ਅ ਪਰਟੀਕੂਲਰ ਸੈਕਸ਼ਨ ਔਰ ਅ ਪਰਟੀਕੂਲਰ ਰੀਜਨ, ਜਿੱਥੋਂ ਸਾਰੇ ਯੂਨੀਅਨਸ ਹੈ ਕਿਸਾਨਾਂ ਦੀ ਨੁਮਾਇੰਦਗੀ ਕਰ ਰਹੇ ਹੈ। ਦੇ ਨੋ ਬੈਟਰ, ਨੋਬਡੀ ਕੈਨ ਚੈਲੰਜ ਦੈਮ ਬਿਕੋਜ਼ ਉਹ ਆਪਣੇ ਥਾਂ ਸਹੀ ਹੈ। ਮੇਰਾ ਇੰਨਾ ਹੀ ਕਹਿਣਾ ਹੈ ਵੀ ਉਸ ਗੱਲ ਨੂੰ ਅਗਰ ਸਮਝਣ ਵੀ ਆਹ ਦਿਨ ਕਿਉਂ ਦੇਖਣੇ ਪੈ ਰਹੇ ਹੈ। ਮੋਦੀ ਸਾਹਿਬ ਕੋਈ ਹਲਤਾ ਨਹੀਂ ਪਾਉਂਦੇ, ਮੋਦੀ ਸਾਹਿਬ ਕੋਈ ਸਰੀਰਕ ਰੂਪ 'ਚ ਤਾਂ ਤਗੜੇ ਨਹੀਂ, ਬਟ ਜਿਹੜੀ ਉਹਨਾਂ ਨੇ ਕਿਹੜੀ ਤਾਕਤ ਇਸਤੇਮਾਲ ਕੀਤੀ ਹੈ ਜਿਹੜੇ ਕਿਸਾਨ ਨੂੰ ਅੱਜ ਸੜਕਾਂ 'ਤੇ ਲਿਆਤਾ, ਰੇਲਵੇ ਰੋਕੀ ਬੈਠੇ ਹੈ, ਗੱਡੀਆਂ ਰੋਕ ਰੱਖੀਆਂ, ਉਹ ਕਲਮ ਦੀ ਤਾਕਤ ਹੈ।
ਕਲਮ ਦੀ ਤਾਕਤ ਦੈਟ ਮੀਨਸ ਲੋਕਾਂ ਦੀ ਆਵਾਜ਼, ਲੋਕਾਂ ਨੇ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾਇਆ, ਚੁਣ ਕੇ ਉਹਨਾਂ ਨੂੰ ਭੇਜਿਆ। ਸੋ ਹੀ ਆਲਸੋ ਬਿਲੋਂਗਸ ਟੂ ਅ ਪੋਲੀਟੀਕਲ ਪਾਰਟੀ। ਦੇਖੋ ਸੱਪ ਦਾ ਕੱਟਿਆ ਜਿਹੜਾ ਉਹਦਾ ਜੇ ਐਂਟੀਡੋਟ ਹੁੰਦਾ ਨਾ, ਉਹ ਵੀ ਸੱਪ ਉਸ ਜ਼ਹਿਰ 'ਚੋਂ ਨਿਕਲਦਾ। ਇਫ ਯੂ ਨੋ ਇਟ, ਜਿਹੜਾ ਐਂਟੀਡੋਟ ਵੈਨਮ ਦਾ ਦਿੰਦੇ ਹੈ, ਦੈਟ ਇਜ਼ ਆਲਸੋ ਡਰਾਈਵਡ ਆਊਟ ਆਫ ਦਾ ਵੈਨਮ। ਅਤੇ ਇਹਨੂੰ ਖਤਮ ਕਰਨ ਵਾਸਤੇ ਦੇ ਹੈਵ ਟੂ ਬੀ ਟੂਗੈਦਰ ਸਾਹਿਬ। ਅੱਜ ਤਾਈਂ ਤਾਂ ਚਲੋ ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਸਾਰੀ ਜਥੇਬੰਦੀਆਂ ਨੂੰ ਇਕੱਠੀਆਂ ਦੇਖਿਆ, ਦੈਟਸ ਅ ਗੁੱਡ ਸਾਈਨ। ਇਸੇ ਤਰ੍ਹਾਂ ਦੇਸ਼ ਦੀਆਂ ਸਾਰੀਆਂ ਜਥੇਬੰਦੀਆਂ ਅੱਜ ਤਾਈਂ ਤਾਂ ਸਾਰਿਆਂ ਨੂੰ ਅੱਡ ਕਰ ਰੱਖਿਆ ਵੀ ਪੰਜਾਬ ਵਾਲਿਆਂ ਨੂੰ ਬੁਲਾ ਲਿਆ, ਬਾਕੀ ਨੂੰ ਬੁਲਾਇਆ ਨਹੀਂ। ਦੇਖੋ ਬੜੇ ਸ਼ਾਤਰ ਲੋਕ ਹੈ ਜਿਹੜੇ ਦਿੱਲੀ ਬੈਠੇ, ਉਹ ਪੰਜਾਬ ਨੂੰ ਅਲੱਗ ਥਲੱਗ ਕਰਨਾ ਚਾਹੁੰਦੇ, ਇਹਨਾਂ ਨੂੰ ਬੁਲਾ ਕੇ ਜ਼ਲੀਲ ਕਰਕੇ ਘਰੇ ਭੇਜਤਾ। ਅਨਲੈਸ ਐਂਡ ਅੰਟਿਲ ਦਿਸ ਰੀਅਲਾਈਜੇਸ਼ਨ ਸਿੰਕਸ ਇਨ ਵੀ ਸਾਨੂੰ ਇਹਦੀ ਜਿਹੜੀ ਆ ਬੰਨ ਲਾਉਣਾ ਪਊਗਾ ਵੀ ਹਰੇਕ ਕੋਈ ਜਿਹੜਾ ਆ ਕੇ ਮੂੰਹ ਚੱਕ ਕੇ ਤੇ ਕਿਸਾਨਾਂ ਵਾਲੀ ਤੁਰ ਪੈਂਦਾ ਹੈ, ਤੇ ਉਹਦੇ ਵਾਸਤੇ ਯੂ ਹੈਵ ਟੂ ਹੈਵ ਸੋਲਿਡ ਰਿਪਰੈਜ਼ੈਂਟੇਸ਼ਨ ਇਨ ਦਾ ਪਾਰਲੀਮੈਂਟ ਸਾਹਿਬ। ਜਾਂ ਤਾਂ ਬੰਦੇ ਆਪਣੇ ਚੁਣ ਕੇ ਭੇਜੋ। ਫਿਰ ਦੇਖੋ ਪੋਲੀਟੀਕਲ ਤਾਕਤ ਦੇ ਨਾਲ ਲੜਨ ਵਾਸਤੇ ਯੂ ਵਿਲ ਹੈਵ ਟੂ ਫਾਈਟ ਦੈਮ ਔਨ ਦਾ ਸੇਮ ਗਰਾਊਂਡ। ਤੁਸੀਂ ਆਹ ਨਹੀਂ ਕਹਿ ਸਕਦੇ ਵੀ ਉਹ ਚਾਈਨਾ ਹੁਣ ਕਹਿੰਦੇ ਡਰੋਨ ਇਹਨੇ ਲਈ ਬੈਠਾ, ਅਸੀਂ ਡਰੋਨ ਖਰੀਦਣ ਦੀ ਗੱਲ ਕਰੀ ਜਾਂਦੇ ਹਾਂ। ਤੁਸੀਂ ਵੀ ਕਿਸਾਨੀ ਤੋਂ ਹੀ ਹੋ ਬੈਕਗ੍ਰਾਉਂਡ ਤੋਂ, ਤੇ ਨਾਲੇ ਤੁਸੀਂ ਟਰੈਕਟਰ ਵੀ ਸੋਹਣਾ ਚਲਾਉਂਦੇ ਹੋ। ਦੇਖੋ ਅਸੀਂ ਟਰੈਕਟਰ ਸਾਡੇ ਵਾਸਤੇ ਕੋਈ ਨਵੀਂ ਚੀਜ਼ ਨਹੀਂ, ਬਟ ਦੈਟ ਇਜ਼ ਆਲਸੋ ਜੇ ਕੋਈ ਲੋਕ ਕਿਸੇ ਟਰੈਕਟਰ ਚਲਾਉਣ ਨਾਲ ਕੋਈ ਕਿਸਾਨ ਨਹੀਂ ਹੁੰਦਾ ਬਿੰਦੂ ਜੀ। ਟਰੈਕਟਰ ਤਾਂ ਸੁਖਬੀਰ ਬਾਦਲ ਜੀ ਬੜਾ ਚਲਾ ਕੇ ਲੈ ਕੇ ਆਏ। ਮੈਂ ਤਾਂ ਫਿਰ ਵੀ ਕਦੇ ਨਾ ਕਦੇ ਜੀਨ ਜੂਨ ਪਾ ਲੈਂਦਾ, ਕੱਪੜੇ ਦੂਜੇ ਪਾ ਲੈਂਦਾ। ਸੁਖਬੀਰ ਜੀ ਤਾਂ ਸਾਰਾ ਦਿਨ ਕੁੜਤੇ ਪਜਾਮੇ 'ਚ ਰਹਿੰਦੇ ਆ। ਬਟ ਡੂ ਯੂ ਥਿੰਕ ਕੁੜਤਾ ਪਜਾਮਾ ਪਹਿਨ ਨਾਲ ਕੋਈ ਕਿਸਾਨ ਬਣ ਜਾਂਦਾ? ਟਰੈਕਟਰ 'ਤੇ ਬਹਿ ਕੇ ਦੀਜ਼ ਆਰ ਸੂਡੋ ਫਾਰਮਰਸ, ਇਹ ਲੈ ਕੇ ਬਹਿ ਗਏ ਦਰਅਸਲ ਸਾਰੀ ਕਿਸਾਨੀ ਨੂੰ, ਜਿਨ੍ਹਾਂ ਨੇ ਠੇਕਾ ਲੈ ਲਿਆ ਨਾ ਵੀ ਅਸੀਂ ਕਿਸਾਨ ਹਾਂ। ਬਿਲਕੁਲ ਬਾਦਲ ਸਾਹਿਬ ਕਿਸਾਨ ਸੀ। ਮੈਂ ਤਾਂ ਅੱਜ ਤਾਈਂ ਕਹਿੰਦਾ, ਮੈਨੂੰ ਸਾਰੇ ਇਨਫੈਕਟ ਮੇਰੇ ਆਪਣੇ ਜਿਹੜੇ ਪਾਰਟੀ ਦੇ ਕੁਲੀਗ ਉਹ ਕਈ ਵਾਰ ਕਹਿ ਦਿੰਦੇ ਤੁਸੀਂ ਬਾਦਲ ਸਾਹਿਬ ਨੂੰ ਕਿਉਂ ਵਾਰੀ ਕ੍ਰੈਡਿਟ। ਉਹ ਮੈਂ ਕ੍ਰੈਡਿਟ ਨਹੀਂ, ਉਹਨਾਂ ਨੇ ਆਪਣੇ ਹੱਥੀਂ ਕੀਤੀ ਉਹ ਕਿਸਾਨ ਦੀ ਸਮਝਦੇ ਸੇ ਰਿਐਲਿਟੀ। ਯੂ ਕੈਨ ਨਾਟ ਡਿਨਾਈ ਇਟ, ਤੁਹਾਨੂੰ ਚੰਗਾ ਲੱਗੇ ਮਾੜਾ ਲੱਗੇ। ਪਰ ਸੁਖਬੀਰ ਬਾਦਲ ਜਦੋਂ ਕਹਿੰਦੇ ਆ ਨਾ, ਤੁਸੀਂ ਪਤਾ ਨਹੀਂ, ਦੇਖੋ ਸਾਡੇ ਉਹਨਾਂ ਨਾਲ ਬਣਦੀ ਨਹੀਂ ਆਪਣੇ ਆਮ ਆਦਮੀ ਪਾਰਟੀ ਵਾਲਿਆਂ ਨੇ। ਭਗਵੰਤ ਮਾਨ ਜੀ ਦੇ ਮੈਂ ਸੁਣ ਰਿਹਾ ਸੀ, ਉਹਨਾਂ ਨੇ ਇਸੇ ਗੱਲ 'ਤੇ ਬੜਾ ਕਮੈਂਟ ਕੀਤਾ ਸੀ। ਉਹਨਾਂ ਨੇ ਕਰਦਿਆਂ ਗੱਲ ਕੀਤੀ ਇੱਕ ਪੁਸ਼ਪਾ ਦੇਵੀ ਦੀ ਵੀ। ਉਹ ਪੁਸ਼ਪਾ ਦੇਵੀ ਜਿਹੜੀ ਪਤਾ ਨਹੀਂ ਤੁਸੀਂ ਸੁਣਿਆ ਕਿ ਨਹੀਂ ਸੁਣਿਆ, ਐਵਰੀਬਡੀ ਇਨ ਪੰਜਾਬ ਨੋਜ਼ ਹੂ ਇਜ਼ ਪੁਸ਼ਪਾ ਦੇਵੀ ਇਨ ਪੰਜਾਬ। ਅਤੇ ਉਸੇ ਤਰ੍ਹਾਂ ਅੱਜ ਜਿਹੜੇ ਨਕਲੀ ਕਿਸਾਨ ਬਣੇ ਫਿਰਦੇ ਆ, ਇਹਨਾਂ ਤੋਂ ਬਚਣ ਉਹਨਾਂ ਦਾ ਯੂਨੀਅਨਸ ਦਾ, ਜਥੇਬੰਦੀਆਂ ਦਾ ਖਦਸ਼ਾ ਹੈ ਵੀ ਸਹੀ ਵੀ ਬੜੀ ਵਾਰ ਇਹਨਾਂ ਨੂੰ ਇਸਤੇਮਾਲ ਕੀਤਾ ਗਿਆ। ਬਟ ਜਦੋਂ ਤਾਈਂ ਇਕੱਠੇ ਨਹੀਂ ਹੁੰਦੇ, ਜਦੋਂ ਤਾਈਂ ਅੱਛੇ ਬੁਰੇ ਦਾ ਨਹੀਂ ਸਮਝ ਕਰਦੇ, ਜਿਹੜਾ ਇਹਨਾਂ ਦਾ ਹਿਤੈਸ਼ੀ ਹੈ। ਪੰਜਾਬ ਦੇ ਪਾਣੀਆਂ ਦਾ ਮਸਲਾ ਆਇਆ, ਕਿੰਨੇ ਦਿਨਾਂ ਦਾ ਲਟਕਿਆ ਫਿਰਦਾ ਸੀਗਾ, ਕੈਪਟਨ ਸਾਹਿਬ ਨੇ ਇੱਕ ਝਟਕੇ 'ਚ ਨਿਬੇੜਤਾ। ਹੁਣ ਵੀ ਮੈਂ ਤਾਂ ਕੱਲ੍ਹ ਵੀ ਆਈ ਜਦੋਂ ਗੱਲ ਹੋ ਰਹੀ ਸੀ ਇਸ ਮਸਲੇ 'ਤੇ ਵੀ ਕੀ ਹੋਣਾ ਚਾਹੀਦਾ ਤੇ ਕਿਸ ਕਿਸਮ ਦਾ ਲਾਜ਼ ਵਟ ਸ਼ੁੱਡ ਬੀ ਇਨਕਲੂਡਿਡ, ਇਸ 'ਚ ਕਿਵੇਂ ਰੋਕੀਏ ਇਹਨੂੰ। ਮੈਂ ਕਿਹਾ ਜੀ ਇਹਨਾਂ ਯੂਨੀਅਨਸ ਨੂੰ ਪੁੱਛ ਲਓ ਕੀ ਚਾਹੁੰਦੇ। ਦੇਖੋ ਉਹਨਾਂ ਨੂੰ ਸਮਝਣਾ ਪਊਗਾ ਦੇ ਆਰ ਕੌਨਸਟੀਟਿਊਸ਼ਨਲ ਲਿਮਿਟਸ ਟੂ ਵਿਚ ਐਕਸਟੈਂਟ ਸਟੇਟ ਗਵਰਨਮੈਂਟ ਕੈਨ ਗੋ। ਗੱਲ ਇੱਥੇ ਮੈਂ ਤੁਹਾਨੂੰ ਰੋਕ ਕੇ ਕਹਾਂਗੀ, ਆਮ ਆਦਮੀ ਪਾਰਟੀ ਦੇ ਜਿਹੜੇ ਹਰਪਾਲ ਚੀਮਾ ਨੇ, ਉਹਨਾਂ ਨੇ ਕੱਲ੍ਹ ਗੱਲ ਜਦੋਂ ਅਸੀਂ ਸਾਡੇ ਨਾਲ ਹੋਈ, ਉਹਨਾਂ ਨੇ ਇੱਕ ਗੱਲ ਕਹੀ ਕਿ 7 ਦਿਨ ਦਾ ਇਜਲਾਸ ਹੋਣਾ ਚਾਹੀਦਾ ਹੈ, ਕਿਉਂਕਿ ਬਹੁਤ ਪਰਟੀਕੂਲਰ ਮਾਮਲਾ ਹੈਗਾ ਔਰ ਪੂਰੇ ਦੇਸ਼ 'ਚ ਫੈਲਿਆ ਹੋਇਆ। ਹਰ ਦੂਜਾ ਬੰਦਾ ਕਿਸਾਨ ਹੈ, ਨਾ ਕਰਦੇ ਪੰਜਾਬ ਦੀ ਜੇ ਗੱਲ ਕਰ ਲਈਏ, ਦੂਜਾ ਤੀਜਾ ਘਰ 'ਚ ਕਿਸਾਨ ਹੈ ਜਾਂ ਉਹਦੀ ਪਿਛੋਕੜ ਕਿਤੇ ਕਿਸਾਨੀ 'ਚ ਸੀਗੀ। ਬਟ ਇਸ 'ਚ ਸਭ ਤੋਂ ਜਿਹੜੀ ਵੱਡੀ ਗੱਲ ਆ ਰਹੀ ਹੈ ਉਹ ਇਹ ਹੈਗੀ, ਜਿਹੜੀ ਤੁਸੀਂ ਹੁਣੀ ਗੱਲ ਕਹੀ ਹੈ, ਉਹ ਕਹਿੰਦੇ 7 ਦਿਨ ਦਾ ਤਾਂ ਇਜਲਾਸ ਹੋਣਾ ਚਾਹੀਦਾ, ਲਾਈਵ ਹੋਣਾ ਚਾਹੀਦਾ, ਕਿਉਂਕਿ ਇਹ ਮੁੱਦਾ ਵੀ ਇਹੋ ਜਿਹਾ ਹੈ। ਬਾਕੀ ਉਹਨਾਂ ਨੇ ਇੱਕ ਇਹ ਵੀ ਗੱਲ ਕਹੀ ਖਾਸ ਕਰਕੇ ਕਿ ਜਿਹੜਾ ਜਥੇਬੰਦੀਆਂ ਨੂੰ, ਜਿਹੜੇ ਬੁੱਧੀਜੀਵੀ ਨੇ, ਕਿਸਾਨੀ ਨਾਲ ਜੁੜੇ ਹੋਏ ਨੇ, ਉਹਨਾਂ ਨੂੰ, ਤੇ ਫਿਰ ਜਿਹੜੀਆਂ ਵੀ ਪੋਲੀਟੀਕਲ ਪਾਰਟੀਆਂ ਨੇ, ਕਿਉਂਕਿ ਖਾਸ ਕਰਕੇ ਜੇ ਹੁਣ ਇਸ ਟਾਈਮ ਪੰਜਾਬ ਦੀ ਗੱਲ ਕਰੀਏ, ਚਾਹੇ ਅਕਾਲੀ ਦਲ ਵੀ ਹੋਵੇ, ਜੇ ਉਹਨਾਂ ਦੀ ਵੀ ਆਪਾਂ ਗੱਲ ਕਰੀਏ, ਜਿਹੜੇ ਪਹਿਲੇ ਆਪਾਂ ਕਹਿੰਦੇ ਕਿ ਸੈਂਟਰ 'ਚ ਨਾਲ ਬੈਠੇ ਸੀ, ਚਾਹੇ ਕਿਵੇਂ ਵੀ, ਚਾਹੇ ਉਹਨੂੰ ਪੋਲੀਟੀਕਲ ਉਹ ਕਰ ਲਓ, ਗਰਾਊਂਡਸ 'ਤੇ ਕਹਿ ਲਓ, ਕਿਵੇਂ ਵੀ ਕਹਿ ਲਓ, ਨਾਲ ਉਹ ਵੀ ਕਹਿ ਰਹੇ ਨੇ ਵੀ ਅਸੀਂ ਕਿਸਾਨਾਂ ਦੇ ਨਾਲ ਹੈਗੇ ਹਾਂ। ਅਤੇ ਉਹ ਉਹਨਾਂ ਦਾ ਕਹਿਣਾ ਸੀ ਵੀ ਇਸ ਤਰੀਕੇ ਦੇ ਨਾਲ ਇਹਦਾ ਐਮੀਕੇਬਲੀ ਇੱਕ ਸੋਲੂਸ਼ਨ ਕੱਢਿਆ ਜਾਏ, ਕਿਉਂਕਿ ਕਿਸਾਨ ਤਾਂ ਰੱਦ ਕਰਾਉਣ ਤੋਂ ਥੱਲੇ ਉਤਰ ਹੀ ਨਹੀਂ ਰਹੇ, ਉਹ ਇਸ ਤੋਂ ਪਿੱਛੇ ਮੰਨ ਹੀ ਨਹੀਂ ਰਹੇ ਹੈਗੇ। ਉਹ ਫਿਰ ਦੇਖੋ ਜਿੱਥੇ ਇਹਦਾ ਹੱਲ ਨਿਕਲਣਾ ਹੈ ਉਹ ਤਾਂ ਦਿੱਲੀ ਪਾਰਲੀਮੈਂਟ 'ਚ ਨਿਕਲਣਾ ਜੀ। ਇਜ਼ ਅ ਸੈਂਟਰਲ ਲਾਅ। ਇੰਨਾ ਕੁ ਜਿੰਨਾ ਮੈਂ ਐਮ ਨੋਟ ਅ ਲਾਇਰ, ਚੀਮਾ ਸਾਹਿਬ ਹੈਗੇ, ਹੀ ਰਿਅਲਾਈਜ਼ਜ਼ ਇਟ ਵੈਰੀ ਵੈਲ, ਕੈਨ ਦ ਸਟੇਟ ਆਰਡੀਨੈਂਸ ਓਵਰ ਰੂਲ ਸੈਂਟਰਲ ਲੈਜਿਸਲੇਸ਼ਨ that can be challenged, or we can circumvent somehow, or we can mitigate in a way to blunt the ill effects of these legislations in Punjab. But I can assure you ਬਿੰਦੂ ਜੀ, ਮੈਂ ਜਿਹੜੀ ਤੁਹਾਨੂੰ ਗੱਲ ਕੱਲ੍ਹ ਵੀ ਕਹਿ ਰਿਹਾ ਵੀ ਸਾਡੇ ਵਾਸਤੇ ਕਿਸਾਨ ਦਾ ਹਿੱਤ ਸਭ ਤੋਂ ਜ਼ਿਆਦਾ ਹੈ। ਨਾ ਅਸੀਂ ਕੁਰਸੀ ਛੱਡਣਾ ਕੁਰਬਾਨੀ ਮੰਨਦੇ, ਵੀ ਵਿਲ ਗੋ ਟੂ ਐਵਰੀ ਐਕਸਟੈਂਟ ਪੋਸੀਬਲ। ਇਹਨਾਂ ਦੇ ਸਾਰਿਆਂ ਦੇ ਠੰਡ ਪੈ ਜੂਗੀ ਜਦੋਂ ਕੱਲ੍ਹ ਉੱਥੇ ਕੈਪਟਨ ਸਾਹਿਬ ਬੋਲਣਗੇ, ਦੇ ਵਿਲ ਹੈਵ ਨੋ ਆਨਸਰ। ਇਹਦਾ ਕੋਈ ਨਾ ਕੋਈ ਚੁੰਡ ਭਾਲਦੇ ਫਿਰਨਗੇ ਵੀ ਕਿਹੜੇ 'ਚ ਜਾ ਕੇ ਲੁਕੀਏ। ਸੋ ਵੀ ਵਿਲ ਨਾਟ ਲੀਵ। ਜਾਂ ਇਹਨਾਂ ਕੋਲ ਕੋਈ ਹੈਗਾ ਤਾਂ ਖਰੜਾ ਦੇ ਦਿੰਦੇ, ਕਿਹਨੇ ਰੋਕੇ। ਉਹਨਾਂ ਨੇ ਯੂਨੀਅਨਸ ਨੇ ਆਪਣੀ ਡਿਮਾਂਡ ਜਿਹੜੀਆਂ ਬਣਾ ਕੇ ਭੇਜੀਆਂ,
ਜਦੋਂ ਸਾਡੇ 3 ਮੰਤਰੀ ਸਾਹਿਬਾਨ ਦੀ ਕਮੇਟੀ ਗਈ ਸੀ ਉਹਨਾਂ ਕੋਲ, ਦੇ ਹੈਵ ਗਿਵਨ देयर ਥਿੰਗਸ। ਸੋ ਵੀ ਵਿਲ ਟਰਾਈ ਟੂ ਮੀਟ ਆਲ देयर ਐਪਰੀਹੈਂਸ਼ਨ ਟੂ ਦ ਐਕਸਟੈਂਟ ਪੋਸੀਬਲ, ਜੋ ਅਸੀਂ ਕਰ ਸਕਦੇ ਹਾਂ। ਬਟ ਇਹਨਾਂ ਦੇ ਆਪਣੇ ਹੈ, ਫਿਰ ਵਾਈ ਡੋਂਟ ਦੇ ਲੀਡ ਦ ਵੇ। ਦਿੱਲੀ ਤੁਹਾਡੇ ਕੋਲ ਸਰਕਾਰ ਹੈ, ਐਬਸੋਲੂਟ ਮੈਜੋਰਟੀ ਹੈ, ਕਰ ਦਿਓ ਪਾਸ, ਨੱਕੀ ਕਰ ਦਿਓ। ਪਰ ਭੁੱਲੋ ਨਾ, ਲੋਕ ਯਾਦ ਆ ਸਾਡੀ ਯਾਰ ਮੈਮਰੀ ਸਪੈਨ ਇਜ਼ ਵੈਰੀ ਵੈਰੀ ਸਮੋਲ, ਵੈਰੀ ਲਿਟਲ। 2 ਦਿਨਾਂ ਬਾਅਦ ਭੁੱਲ ਜਾਂਦੇ ਆ। ਕੇਜਰੀਵਾਲ ਸਾਹਿਬ ਉੱਥੇ ਜੰਤਰ ਮੰਤਰ ਤੇ ਬੋਲ ਰਹੇ ਸੀ, ਪੇੜ ਦੇ ਨਾਲ ਕਿਸਾਨ ਲਟਕ ਗਿਆ, ਤੇ ਹੀ ਡਿਡਨਟ ਈਵਨ ਸਟਾਪ, ਸਪੀਚ ਨਹੀਂ ਬੰਦ ਕੀਤੀ। ਕੇਜਰੀਵਾਲ ਸਾਹਿਬ ਬੋਲਦੇ ਰਹੇ, ਕੋਈ ਨਹੀਂ, ਕਿਤੇ ਕਿਸਾਨ ਮਰਨ ਦੇ ਭਾਗਦੇ ਹੀ ਹੈ। ਸੋ ਥੀਜ਼ ਆਰ ਸੂਡੋ ਸਿੰਪੈਥਾਈਜ਼ਰ, ਸੂਡੋ ਫਾਰਮਰਸ ਜਿਹੜੇ ਹੈ, ਇਹਨਾਂ ਤੋਂ ਬਚਣ ਦੀ ਲੋੜ ਹੈ। ਇਹ ਤਾਂ ਯੂਨੀਅਨਸ ਨੂੰ ਆਪਣੇ ਆਪ ਗੌਰ ਕਰਨਾ ਪਊਗਾ ਵੀ ਕੌਣ ਤੁਹਾਡੇ ਨਾਲ ਖੜਾ ਹੈ, ਕਿਹੜਾ ਕੁਰਸੀ ਵਾਸਤੇ ਕਰੀ ਜਾਂਦਾ ਹੈ। ਇਨਫੈਕਟ ਇਸ ਸਾਰੇ ਮਸਲੇ ਦਾ ਇਨਸਟੀਗੇਟਰ ਲੋਕ ਤਾਂ ਕਹਿਣਗੇ ਵੀ ਮੋਦੀ ਸਾਹਿਬ ਦੀ ਸਰਕਾਰ ਜਾਂ ਕਾਰਪੋਰੇਟ ਹਾਊਸਿਸ ਨੇ। ਬਿਲਕੁਲ ਕਾਰਪੋਰੇਟ ਹਾਊਸਿਸ ਨੇ ਆ ਬੀਜ ਬੋਏ। ਉਹਨਾਂ ਨੇ ਦੇਖਿਆ ਵੀ ਇੰਨਾ ਜਿਹੜਾ ਐਡਾ ਵੱਡਾ ਕਾਰੋਬਾਰ ਹੈ, ਜਿਹੜਾ ਕਰੋਨਾ ਦੇ ਸਮੇਂ ਵੀ ਓਨਲੀ ਸੈਕਟਰ ਵਿਚ ਵੇਅਰ ਦਾ ਐਕਸਪੋਰਟ ਇਨਕਰੀਜ਼ਡ ਵਾਜ਼ ਫੂਡ ਗ੍ਰੇਨ ਸੈਕਟਰ। ਸਾਡਾ ਕਰੀਬਨ 25,000 ਕਰੋੜ ਰੁਪਏ ਦਾ ਪਹਿਲੇ ਕੁਆਟਰ ਦਾ ਜਿਹੜਾ ਸੀਗਾ ਇਨ ਫਰੋਮ ਜਦੋਂ ਇਹਨਾਂ ਨੇ ਲਾਗੂ ਕੀਤੀ ਹੈ ਲੋਕਡਾਊਨ, ਦ ਫਸਟ ਕੁਆਟਰ ਅਲੋਨ ਵਾਜ਼ 25,000 ਕਰੋੜ ਰੁਪਏ ਦਾ ਫੂਡ ਗ੍ਰੇਨ ਐਕਸਪੋਰਟ ਹੋਏ ਹੈ। ਤੇ ਇਹਨਾਂ ਨੇ ਦੇਖਿਆ ਵੀ ਇਹ ਤਾਂ ਕੰਮ ਹੀ ਬਹੁਤ ਵਧੀਆ ਹੈ। FAO ਦੀ ਜਿਹੜੀ ਰਿਪੋਰਟਸ ਹੈ, considering the climate change, they are talking about food shortages in the coming years। ਇਹ ਵੱਡੀ ਕੰਪਨੀਆਂ ਜਿਹਦੇ ਖਰਬਾਂ ਵੀ, ਖਰਬ ਤੋਂ ਅੱਗੇ ਕੀ ਹੁੰਦਾ ਨਾ ਮੈਨੂੰ ਪਤਾ ਨਹੀਂ, ਐਡਾ ਵੱਡਾ ਜਿਹੜਾ ਵਪਾਰ ਕਰਦੇ ਹੈ ਉਹ ਲੰਬੀ ਪਲੈਨਿੰਗ ਨਾਲ ਚੱਲਦੇ ਹੈ। ਇਹਨਾਂ ਦੀ ਕਰਕੇ ਹੋਇਆ। ਬਟ ਇਹਦਾ ਜਿਹੜਾ ਵਿਉਂਤਬੰਦੀ ਹੋਈ ਹੈ ਉਹਦੇ 'ਚ ਅਕਾਲੀਆਂ ਦਾ ਬਹੁਤ ਵੱਡਾ ਹਿੱਸਾ ਹੈ। ਇਹ ਸਾਰੇ ਸਿਰਫ ਚੁੱਪ ਨਹੀਂ ਰਹੇ, ਦੇ ਵਰ ਕੌਨਸ਼ੀਅਸ ਪਰਪੈਟਰੇਟਰ ਆਫ ਦਿਸ ਕ੍ਰਾਈਮ। ਬਿਕੋਜ਼ ਇਹਨਾਂ ਦਾ ਉਦੋਂ ਤੁਸੀਂ ਦੇਖੋ ਜਦੋਂ ਆ ਸਾਰਾ ਕੰਮ ਕਰੋਨਾ ਆਈ ਹੈ, ਕਰੋਨਾ ਤੋਂ ਪਹਿਲਾਂ ਇਹਨਾਂ ਦੇ ਜਿਹੜੀ ਹੈ ਸੇਕ ਹੈ, ਜਿਹੜੀ ਪੁਲਿਸ ਹੈ ਜਾਂ ਦ ਫੁੱਟ ਸਟੈਪਸ ਆਫ ਲਾਅ ਉਹਨਾਂ ਤਾਈਂ ਪਹੁੰਚ ਰਹੇ ਸੀਗੇ। ਚਾਹੇ ਬਰਗਾੜੀ ਕਾਂਡ ਸੀਗਾ, ਚਾਹੇ ਬਹਿਬਲ ਕਲਾਂ ਕਾਂਡ ਸੀਗਾ, ਚਾਹੇ ਚਿੱਟੇ ਦਾ ਮਸਲਾ ਸੀਗਾ, ਸਾਰਿਆਂ ਦਾ ਜੋ ਦਬਾਅ ਬਣਿਆ ਖੜਾ ਸੀ। ਤੇ ਇਹਨਾਂ ਨੇ ਵੀ ਦੇਖਿਆ ਵੀ ਆ ਤਾਂ ਪੰਗਾ ਤਾਂ ਲਈ ਜਾਂਦੀ ਹੈ BJP ਸਰਕਾਰ। ਪਰ ਦੈਨ ਜਿਹੜੇ ਇਹਨਾਂ 'ਚ ਬਾਹਲੇ ਸਿਆਣੇ ਬੈਠੇ ਸੀ, ਜਿਨ੍ਹਾਂ ਨੂੰ ਸੇਕ ਜ਼ਿਆਦਾ ਆ ਰਿਹਾ ਸੀਗਾ, ਉਹਨਾਂ ਨੇ ਦੇ ਰਿਅਲਾਈਜ਼ ਵੀ ਇਹਦਾ ਕੰਮ ਹੀ ਬੜਾ ਵਧੀਆ ਹੈ। ਜਿਹੜੇ ਹੈ ਪੰਜਾਬ ਵਾਲੇ ਇਸ ਪਾਸੇ ਲੱਗ ਜਾਣਗੇ ਤੇ ਸਾਨੂੰ ਕਿਸੇ ਨੇ ਨਾ ਚਿੱਟੇ ਦਾ ਪੁੱਛਣਾ, ਨਾ ਸਾਨੂੰ ਕਿਸੇ ਨੇ ਇਹਦਾ ਬਰਗਾੜੀ ਦਾ ਪੁੱਛਣਾ, ਨਾ ਹੀ ਬਹਿਬਲ ਕਲਾਂ ਵਾਲੇ ਜਨਰਲ ਡਾਇਰ ਦਾ ਪੁੱਛਣਾ। ਚੱਲਣ ਦਿਓ, ਕੰਮ ਬਹੁਤ ਵਧੀਆ, ਛਾਪਲ ਗਏ। ਦੇਖ ਕੇ ਵੀ ਅਣਦੇਖੀ ਕਰੀ ਜਾਂਦੇ ਸੀਗੇ ਵੀ ਸੁਖਬੀਰ ਜੀ 4 ਮਹੀਨੇ ਦਾ ਮੈਨੂੰ ਜਵਾਬ ਦੇ ਦੇਣ ਵੀ ਕਿਵੇਂ ਇਹਨੂੰ ਕਿਵੇਂ ਚੰਗਾ ਲੱਗਿਆ ਸੀਗਾ। ਔਰ ਵੀਡੀਓਜ਼ ਇੱਥੇ ਪਈਆਂ। ਈਵਨ ਅਸਤੀਫਾ ਦੇਣ ਦੇ ਬਾਅਦ ਬੀਬਾ ਜੀ ਕਹਿ ਰਹੇ ਹੈ ਵੀ ਮੈਂ ਇਹਨਾਂ ਨੂੰ ਕਾਲਾ ਕਾਨੂੰਨ ਨਹੀਂ ਕਹਿੰਦੀ, ਤਾਂ ਕਿਸਾਨ ਹੈ ਕਮਲੇ ਜਿਹੜੇ ਕਹਿ ਰਹੇ। ਤੁਸੀਂ ਵੀ ਦੇਖੀ ਹੋਣੀ ਵੀਡੀਓ ਉਹਨਾਂ ਦੀ ਆਫਟਰ ਰੈਜ਼ਿਗਨੇਸ਼ਨ ਆਲਸੋ। ਅੱਜ ਵੀ ਬਿਆਨ ਦੇ ਰਹੇ ਆ ਵੀ ਸਾਡਾ ਬਹੁਤ ਵਧੀਆ ਹੈ ਜੀ, ਮੋਦੀ ਸਾਹਿਬ ਤਾਂ ਬਹੁਤ ਵਧੀਆ। ਫਿਰ ਮਾੜਾ ਕੌਣ ਹੈ ਜੀ? ਮਾੜੇ ਅਸੀਂ ਹਾਂ, ਮਾੜੇ ਕਿਸਾਨ ਹੈ ਜਿਹੜੇ ਉੱਥੇ ਸੜਕਾਂ 'ਤੇ ਬੈਠੇ ਹੈ, ਉੱਥੇ ਆਪਣਾ ਘਰ-ਬਾਰ ਛੱਡ ਕੇ ਉੱਥੇ ਬੈਠੇ ਹੈ। ਸੋ ਇਹਨਾਂ ਦੀ ਨੀਅਤ ਦੇ ਉੱਤੇ ਕੋਈ ਇਹਨਾਂ ਨੂੰ ਆਫ ਕੋਰਸ ਆਈ ਕੈਨ ਨਾਟ ਡਿਕਟੇਟ ਵੀ ਉਹ ਕਿਹਨੂੰ ਪਸੰਦ ਕਰਨ ਨਾ ਕਰਨ। ਦਿਸ ਇਜ਼ ਫॉर ਦ ਯੂਨੀਅਨਸ, ਜਿਹੜੇ ਜਥੇਬੰਦੀਆਂ ਟੂ ਦੇਖਣਾ ਚਾਹੀਦਾ ਤੋਲ ਕੇ ਵੀ ਕਿਹੜਾ ਬੰਦਾ ਕਿਹੜੇ ਸਟੇਸ਼ਨ ਤੋਂ ਬੋਲ ਰਿਹਾ। ਉਗਰਾਹਾਂ ਗਰੁੱਪ ਜਿਹੜਾ ਹੈਗਾ ਉਹਨਾਂ ਨੇ ਕੱਲ ਕਿਹਾ ਹੈ ਕਿ ਉਹ ਜਿਹੜੇ ਨੇ ਉਹ ਘਿਰਾਓ ਕਰਨਗੇ ਵਿਧਾਨ ਸਭਾ ਦਾ। ਬਾਕੀ ਜਿਹੜੀਆਂ 30 ਜਥੇਬੰਦੀਆਂ ਨੇ ਉਹਨਾਂ ਨੇ ਤਾਂ ਇਹ ਕਿਹਾ ਹੈ ਕਿ ਅਸੀਂ ਦੇਖਾਂਗੇ ਕਿ ਕੀ ਸਰਕਾਰਾਂ ਕੀ ਕਰਦੀਆਂ ਜਾਂ ਕਿਹੜੇ ਨੁਮਾਇੰਦੇ ਕਿਸ ਤਰ੍ਹਾਂ ਬੋਲਦੇ, ਜਾਂ ਕੈਪਟਨ ਸਰਕਾਰ ਨੇ ਹੁਣ ਜਿਹੜਾ ਅਗਲਾ ਸੈਸ਼ਨ ਬੁਲਾ ਹੀ ਲਿਆ ਤੇ ਉਹਦੇ ਵਿੱਚੋਂ ਕੀ ਕਰਦੇ ਹੈ। ਇਹ 2 ਅਲੱਗ ਚੀਜ਼ਾਂ ਨੇ। ਇੱਕ ਜਿਹੜੀ ਸਭ ਤੋਂ ਵੱਡੀ ਹੋਰ ਚੀਜ਼ ਹੈ, ਤੁਸੀਂ ਖਬਰਾਂ ਵੀ ਪੜ੍ਹੀਆਂ ਹੋਣੀਆਂ, ਯੂਪੀ ਤੋਂ ਟਰੱਕ ਭਰ ਕੇ ਆਏ ਜਿਹੜੇ ਫੜੇ ਵੀ ਗਏ ਨੇ। ਉਹਨਾਂ ਦਾ ਕੀ ਹਿਸਾਬ ਕਿਤਾਬ ਹੈ? ਕਿਉਂਕਿ ਪਹਿਲੀ ਇੱਥੋਂ ਦੀ ਪ੍ਰੋਡਿਊਸ ਤਾਂ ਪਹਿਲੇ ਨਹੀਂ ਚੱਕੀ ਜਾਂਦੀ, ਹੁਣ ਉੱਥੋਂ ਲਿਆ ਕੇ ਸਾਨੂੰ ਵੇਚਣਗੇ। ਦੇਖੋ ਇਹ ਸਾਰੀਆਂ ਗੱਲਾਂ ਹੁਣ ਦੇਖੋ BJP ਦੇ ਜਿਹੜੀ ਪਲੈਨਿੰਗ ਹੈ ਸਾਰੀ ਸਾਹਮਣੇ ਆ ਰਹੀ ਹੈ ਹੌਲੀ ਹੌਲੀ। ਮੈਨੂੰ ਤਾਂ ਐਂ ਸੀ ਵੀ ਇਹ ਬੜਾ ਮਿੱਠਾ ਜ਼ਹਿਰ ਹੈ, ਸਲੋ ਰਿਲੀਜ਼ ਰਿਟਾਰਡਡ ਜਿਸ ਤਰ੍ਹਾਂ ਹੁੰਦਾ ਨਾ, ਮੈਨੂੰ ਓਵਰ ਏ ਪੀਰੀਅਡ ਆਫ ਟਾਈਮ ਰਿਲੀਜ਼ ਹੋਣਾ। ਜੇ ਲੋਕਾਂ ਨੂੰ 3-4 ਸਾਲ ਪਤਾ ਨਹੀਂ ਲੱਗਣਾ ਵੀ ਹੋਇਆ ਕੀ ਤੁਹਾਡੇ ਨਾਲ, ਉਹਦੇ ਬਾਅਦ ਪਤਾ ਹੋਊਗਾ। ਬਟ ਤੁਸੀਂ ਕਿਹਾ ਵੀ ਆ ਜਿਹੜੇ ਉਗਰਾਹ ਗਰੁੱਪ ਇੱਥੇ ਆ ਰਿਹਾ ਲੈ ਕੇ ਵੀ ਅਸੀਂ ਕਾਂਗਰਸ ਨੂੰ ਯਾਦ ਕਰਾਵਾਂਗੇ ਵਾਅਦੇ। ਸੋ BJP ਇਜ਼ ਆਲਰੇਡੀ ਸਕਸੀਡਿੰਗ, ਉਹਨੂੰ ਆਲਰੇਡੀ ਸਫਲਤਾ ਮਿਲ ਰਹੀ ਹੈ। ਉਹਨਾਂ ਨੂੰ ਐਵੇਂ ਲੰਬਾ ਚੱਲੂਗਾ, ਖਿਲਰ ਜਾਣਗੇ। ਕਿੰਨੇ ਕੁ ਦਿਨ 31 ਜਥੇਬੰਦੀਆਂ ਇਕੱਠੀਆਂ ਰਹਿਣਗੀਆਂ, ਇੱਕ ਅੱਡ ਹੋਗੀ, ਸਵੇਰੇ 2 ਜਾਣਗੀਆਂ, 3 ਜਾਣਗੀਆਂ, ਹਰੇਕ ਦਾ ਆਪਦਾ ਏਜੰਡਾ ਲੈ ਕੇ ਪਾਸੇ ਤੁਰ ਜਾਣਗੇ। ਕਿਸਾਨੀ ਦੀ ਗੱਲ ਕਿਸੇ ਨੇ ਕਰਨੀ। ਤੁਸੀਂ ਕਾਂਗਰਸ ਨਾਲ ਘੁਲਣਾ ਹੈ, ਤੁਸੀਂ ਸੁਨੀਲ ਨਾਲ ਕੋਈ ਤੁਹਾਡਾ ਗਿਲਾ ਸ਼ਿਕਵਾ ਕਿਸੇ ਟਾਈਮ ਹੀ ਕੱਢ ਲਿਓ। ਅੱਜ ਤਾਂ ਜਿਹੜਾ ਮਸਲਾ ਹੈ ਉਹਨੂੰ ਤਾਂ ਨਿਬੇੜ ਲਈਏ। ਸੋ ਦੇ ਆਰ ਆਲਰੇਡੀ ਦੇ ਹੈਵ ਕ੍ਰੀਏਟਿਡ ਦਿਸ ਡਾਇਵਰਸ਼ਨ ਜਿਹੜੀ BJP ਨੇ ਪੰਜਾਬ ਨੂੰ ਬੁਲਾ ਕੇ ਕੀਤਾ। ਜਿਹੜੇ ਟਰੱਕਾਂ ਦੀ ਤੁਸੀਂ ਗੱਲ ਕਰ ਰਹੇ ਹੋ ਜੀ, ਵਨ ਥਿੰਗ ਇਟ ਸ਼ੋਜ਼ that there always existed a free movement of grains। ਜਿਹੜੇ ਮੋਦੀ ਸਾਹਿਬ ਬਾਰ-ਬਾਰ ਹਰੇਕ ਸਟੇਜ 'ਤੇ ਮੈਨੇ ਕਿਸਾਨ ਕੋ ਆਜ਼ਾਦੀ ਦੇਤੀ, ਆ ਤਾਂ ਪਹਿਲੇ ਵੀ ਹੋ ਰਿਹਾ ਸੀਗਾ। ਕਿਉਂ ਹੋ ਰਿਹਾ ਸੀਗਾ?
ਬਿਕੋਜ਼ ਕਿਸਾਨ ਦੀ ਜਿਹੜੀ ਫਸਲ ਹੈ MSP ਤੇ ਨਹੀਂ ਵਿਕਦੀ ਪਈ। ਮੋਦੀ ਸਾਹਿਬ ਦੀ ਸਰਕਾਰ ਉੱਥੇ ਯੂਪੀ 'ਚ ਸਰਕਾਰ ਕਿਹਦੀ ਹੈ? ਯੋਗੀ ਸਾਹਿਬ ਦੀ। ਯੋਗੀ ਸਾਹਿਬ ਕੌਣ ਹੈ? BJP ਦੇ ਮੁੱਖ ਮੰਤਰੀ ਹੈ। ਤੇ ਫਿਰ ਉੱਥੇ ਕਿਉਂ ਨਹੀਂ ਵਿਕਦੀ ਜੀ? ਇੱਥੇ ਆ ਕੇ MSP ਜ਼ਿਆਦਾ ਮਿਲਦੀ ਹੈ। MSP is MSP, so why don't they realize the MSP in there? That means ਵੀ ਕਿਸਾਨ ਤਾਂ ਰਗੜਿਆ ਜਾ ਰਿਹਾ। ਇੱਥੇ ਪੰਜਾਬ 'ਚ ਅਸੀਂ ਡਟੇ ਖੜੇ ਸੀਗੇ, ਪੰਜਾਬ 'ਚ ਅਸੀਂ ਲੜੀ ਜਾਂਦੇ ਆ, ਉਹਨੂੰ ਵੀ ਇਹ ਅਕਾਲੀਆਂ ਨੇ ਬੜੀ ਢਾਹ ਲਾਈ ਹੈ। ਇੰਦੂ ਜੀ ਬੜੀ ਲੰਬੀ ਡਿਸਕਸ਼ਨ ਹੈ, 20 ਮਿੰਟਾਂ 'ਚ ਤੁਸੀਂ ਕਹੋ ਵੀ ਇਹਦਾ ਸਾਰਾ ਅਗਰ ਤੁਸੀਂ ਇਹਦੇ ਖਾਤੇ ਫਰੋਲੋ। ਸਭ ਤੋਂ ਵੱਡਾ ਆਈ ਵੁੱਡ ਸੇ ਦਾ ਇਨਸਟੀਗੇਟਰ ਆਫ ਆਲ ਦਿਸ ਸਕੀਮ ਜਿਹੜਾ ਅੱਜ ਸਭ ਤੋਂ ਵੱਡਾ ਸ਼ਾਂਤਾ ਕੁਮਾਰ ਦੀ ਜਿਹੜੀ ਰਿਪੋਰਟ ਸੀਗੀ, ਉਹਨੂੰ ਅਗਰ ਕਿਸੇ ਨੇ ਸਭ ਤੋਂ ਜ਼ਿਆਦਾ ਫੋਰਟੀਫਾਈ ਕੀਤਾ, ਉਹਨੂੰ ਜਸਟੀਫਾਈ ਕੀਤਾ, ਉਹਨੂੰ ਇੱਕ ਰੀਜ਼ਨਿੰਗ ਦਿੱਤੀ ਵੀ ਆ ਬਿਲਕੁਲ ਇਹਨੂੰ ਲਾਗੂ ਕਰੋ। ਦੇ ਹੈਡ ਈਵਨ ਦ BJP ਹੈਡ ਹੈਜ਼ੀਟੇਸ਼ਨਸ, ਬਟ ਜਦੋਂ ਕਾਂਗਰਸ ਦੀ ਸਰਕਾਰ ਇੱਥੇ ਬਣੀ, ਉਸ ਤੋਂ ਬਣਨ ਤੋਂ ਇੱਕ ਦਿਨ ਪਹਿਲਾਂ 11 ਮਾਰਚ ਨੂੰ ਸਾਡੇ ਰਿਜ਼ਲਟਸ ਆਉਂਦੇ ਆ। 10 ਮਾਰਚ ਨੂੰ ਜਾ ਕੇ ਉੱਥੇ ਦਿੱਲੀ ਦੇ ਅੰਦਰ ਪਰਮਿੰਦਰ ਢੀਂਡਸਾ ਜੀ, ਆਦੇਸ਼ ਪ੍ਰਤਾਪ ਕੈਰੋਂ ਤੇ ਜਾ ਕੇ ਉੱਥੇ ਸਾਈਨ ਕਰੇ ਜਾਂਦੇ 31,000 ਕਰੋੜ ਰੁਪਏ ਤੇ। ਉਹ 31,000 ਕਰੋੜ ਰੁਪਏ ਦਾ ਪੰਜਾਬ ਤੇ ਜਿਹੜਾ ਸੀਗਾ ਕਾਹਦਾ ਦੇਣਦਾਰੀ ਸੀ ਕਿ ਪੰਜਾਬ ਦੀ ਫੂਡ ਗ੍ਰੇਨਸ ਦੀ। ਇਹਨਾਂ ਨੇ ਅਕਾਲੀਆਂ ਨੇ ਆਪਣੇ ਰਾਜ ਦੇ ਅੰਦਰ 31,000 ਕਰੋੜ ਰੁਪਏ ਜਿਹੜਾ ਕਿਸਾਨ ਦਾ ਸੀਗਾ, FCI ਦਾ ਸੀਗਾ, ਉਹ ਖਾ ਗਏ ਮਾਲ। ਤੇ ਇਹਨਾਂ ਨੇ ਜਾ ਕੇ ਉੱਥੇ ਆਪਣੇ ਆਪ ਕਹਿੰਦੇ ਨੇ ਵਾਦਾ ਮਾਫ ਗਵਾਹ ਬਣ ਗਏ ਅਕਾਲੀ। ਜਾ ਕੇ ਉਹਨਾਂ ਨੂੰ ਵੀ ਅਸੀਂ ਤੁਹਾਨੂੰ 31,000 ਕਰੋੜ ਰੁਪਇਆ ਦੇਣ ਲੱਗੇ ਹਾਂ ਜੀ, ਸਾਡਾ ਖਹਿੜਾ ਛੱਡੋ। ਉਹ 31,000 ਕਰੋੜ ਰੁਪਇਆ ਜੇਬ 'ਚ ਤੋਂ ਗਿਆ ਨਹੀਂ ਬਾਦਲ ਸਾਹਿਬ ਦੇ, ਨਾ ਸੁਖਬੀਰ ਜੀ ਦੇ, ਨਾ ਆਦੇਸ਼ ਪ੍ਰਤਾਪ ਕੈਰੋਂ ਦੇ, ਨਾ ਪਰਮਿੰਦਰ ਢੀਂਡਸਾ ਦੇ। ਬਟ ਉਹਨਾਂ ਨੂੰ ਇੱਕ ਪਿਲਰ ਮਿਲ ਗਿਆ BJP ਨੂੰ ਵੀ ਆਹ ਦੇਖੋ ਜੀ ਕਿੱਡੀ ਠੱਗੀ ਕਰੀ ਜਾਂਦੇ FCI, ਕਿੱਡੀ ਠੱਗੀ ਕਰੀ ਜਾਂਦੀਆਂ ਉੱਥੇ ਸਰਕਾਰਾਂ, ਅਸੀਂ ਆਪਣੇ ਕੰਟਰੋਲ 'ਚ ਲਵਾਂਗੇ। ਸੋ ਵੀ ਹੈਵ ਗਿਵਨ ਦਮ ਅ ਪਰਫੈਕਟ ਜਸਟੀਫਿਕੇਸ਼ਨ ਟੂ ਓਵਰ ਰੂਲ ਦ ਸਟੇਟ ਗਵਰਨਮੈਂਟਸ ਹੂ ਹੈਜ਼ ਡਨ ਦੈਟ ਅਕਾਲੀਜ਼। ਮੈਂ ਕੱਲ੍ਹ ਚਾਹੂੰਗਾ, ਕੱਲ੍ਹ ਪਰਮਿੰਦਰ ਢੀਂਡਸਾ ਜੀ ਦੇਖੋ ਪਿਛਲੀ ਵਾਰੀ ਬਹੁਤ ਵੱਡਾ ਉਹਨਾਂ ਨੇ, ਮੈਂ ਸਮਝਦਾ ਹੀ ਹੈਜ਼ ਮਿਸਡ ਅ ਚਾਂਸ। ਪਿਛਲੀ ਵਾਰੀ ਉਹ ਜਦੋਂ ਅੱਡ ਹੋਏ ਉਹਦੇ ਬਾਅਦ ਇੱਕ ਅਸੈਂਬਲੀ ਉਸ 'ਚ ਆਏ ਨਹੀਂ ਪਰਮਿੰਦਰ ਢੀਂਡਸਾ ਜੀ। ਹੀ ਸ਼ੁੱਡ ਕਮ ਟੂਮਾਰੋ, ਹੀ ਸ਼ੁੱਡ ਰੇਜ਼ ਦਿਸ ਇਸ਼ੂ। ਮੈਂ ਕਹੂੰਗਾ ਤੁਸੀਂ ਇਹਦੇ ਬਾਅਦ ਜਾਓ ਪਰਮਿੰਦਰ ਢੀਂਡਸਾ ਜੀ ਕੋਲ, ਆ ਪੁੱਛੋ ਵੀ ਆ 31,000 ਕਰੋੜ ਰੁਪਏ ਵਾਲਾ ਤੁਸੀਂ ਕਿਉਂ ਦਸਤਖਤ ਕਰਕੇ ਆਏ ਹੋ। ਉਹ ਤੁਹਾਨੂੰ ਕਹਿਣਗੇ ਵੀ ਜਦੋਂ ਆਦੇਸ਼ ਪ੍ਰਤਾਪ ਕੈਰੋਂ ਨੂੰ ਕਿਹਾ ਵੀ ਅਸੀਂ 31,000 ਕਰੋੜ ਰੁਪਇਆ ਦੇਣ ਨੂੰ ਤਿਆਰ ਹਾਂ ਉਸ ਮੀਟਿੰਗ ਦੇ ਅੰਦਰ, ਤੇ ਕਹਿੰਦਾ ਮੈਂ ਰੋਕਿਆ ਉਹਨਾਂ ਨੂੰ, ਮੈਂ ਕਿਹਾ ਕਰ ਕੀ ਰਹੇ ਹੋ? ਕਹਿੰਦਾ ਨਹੀਂ ਮੈਂ ਬਾਦਲ ਸਾਹਿਬ ਨਾਲ ਗੱਲ ਕਰਕੇ ਆਇਆ, ਆਪਾਂ ਇਹਨਾਂ ਨੂੰ ਦੇਣੇ ਆ। ਵੇਅਰ ਐਜ਼ ਸੈਂਟਰਲ ਗਵਰਨਮੈਂਟ ਤਿਆਰ ਬੈਠੀ ਸੀ 12,000 ਕਰੋੜ ਰੁਪਇਆ ਛੱਡਣ ਵਾਸਤੇ। ਉਹ ਤਾਂ ਪੰਜਾਬ ਦੀ ਬੇੜੀਆਂ 'ਚ ਵੱਟੇ ਪਾਉਣ ਵਾਸਤੇ ਗਏ ਸੀਗੇ, ਆਪਣੀ ਚੋਰੀਆਂ ਛਿਪਾਉਣ ਵਾਸਤੇ ਗਏ ਸੀਗੇ, ਤੇ ਵਾਦਾ ਮਾਫ ਗਵਾਹ ਬਣ ਕੇ ਆਏ ਹੈ। ਇਹਨਾਂ ਕੋਲ ਤਾਂ ਜਵਾਬ ਹੀ ਹੈ ਨਹੀਂ। ਤਾਂ ਕੱਲ੍ਹ ਜੇ ਮੈਂ ਕਹਿੰਦਾ ਜੀ, ਮੈਂ ਕਹਿੰਦਾ 7 ਦਿਨ 10 ਦਿਨ ਹੋਏ, 10 ਦਿਨ ਅਕਾਲੀਆਂ ਨੂੰ ਉਧੇੜਨਾ ਚਾਹੀਦਾ ਇੱਥੇ। ਦੇ ਆਰ ਦਾ ਮੇਨ ਕਲਪ੍ਰਿਟਸ ਆਫ ਪੰਜਾਬ, ਦੇ ਹੈਵ ਰੂਇਨਡ ਪੰਜਾਬ। ਤੇ ਆ ਜਿਹੜੀ ਨਵੀਂ ਲੀਡਰਸ਼ਿਪ ਹੁਣ ਆਈ ਹੈ, ਬਾਦਲ ਸਾਹਿਬ ਦਾ ਇਹਨਾਂ ਨੇ ਜੋ ਕੁਛ ਵੀ ਕੀਤਾ ਸਾਰਾ ਉਹ ਉਹਨਾਂ ਨੇ ਤਬਾਹ ਕਰਕੇ ਛੱਡਤਾ। ਜੋ ਕੁਛ ਵੀ ਇਹਨਾਂ ਨੇ ਵਟਐਵਰ ਇੰਨੇ ਮਾੜੇ ਕੰਮਾਂ 'ਚ ਕੋਈ ਠੀਕ ਠਾਕ ਕੰਮ ਵੀ ਕੀਤੇ ਉਹ ਵੀ ਇਹਨਾਂ ਨੇ ਆ ਕੇ ਸਾਰਿਆਂ ਨੂੰ ਤਬਾਹ ਕਰਤਾ। ਸੋ ਆਈ ਵਿਸ਼, ਪਰ ਆ ਕਰੋਨਾ ਵਾਲੇ ਚੱਕਰ 'ਚ ਚੱਲ ਕੇ ਇਹਦਾ ਇੱਕ ਸਪੈਸ਼ਲ ਸੈਸ਼ਨ ਇਸ ਕਰਕੇ ਹੈ। ਬਟ ਆਈ ਬਿਲੀਵ ਇਹਨਾਂ ਕੋਲ ਲੈਣ ਦੇਣ ਨੂੰ ਇਹ 2-3 ਗੱਲਾਂ ਹੈ। ਵੈਦਰ ਦੇ ਕੈਨ ਡਰੈਗ ਇਟ ਟੂ 7 ਦਿਨ। ਮੈਂ ਕਹਿੰਦਾ ਇਹਨਾਂ ਨੂੰ 2 ਦਿਨ ਦਾ ਟਾਈਮ ਦੇ ਜੋ, ਪਹਿਲੇ ਦਿਨ ਦੇ ਬਾਅਦ ਇਹਨਾਂ ਕੋਲ ਬੋਲਣ ਨੂੰ ਕੁਝ ਨਹੀਂ ਹੋਣਾ। ਆਈ ਹੈਵ ਆਲਵੇਜ਼ ਇਨਸਿਸਟਡ, ਮੈਂ ਸਪੀਕਰ ਸਾਹਿਬ ਨੂੰ ਕਈ ਵਾਰੀ ਪਰਸਨਲ ਤੌਰ 'ਤੇ ਜਦੋਂ ਮਿਲੇ ਮੈਂ ਕਿਹਾ ਦੇ ਦਾਂਗੇ ਟਾਈਮ, ਨੱਕੀ ਕਰੋ ਜਿਹਨਾਂ ਪਤਾ ਲੱਗ ਜੇ ਕੀ ਇਹਨਾਂ ਕੋਲ ਕਹਿਣ ਲੈਣ ਨੂੰ। ਕੁਛ ਵੀ ਹੈ ਨਹੀਂ ਸਿਵਾਏ ਚੋਗੇ ਪਾਉਣ ਦੇ, ਥਾਲੀਆਂ ਖੜਕਾਉਣ ਦੇ, ਗੁਬਾਰੇ ਲੈ ਕੇ ਆਉਣ ਦੇ, ਇਹਨਾਂ ਪੱਲੇ ਕੁਛ ਵੀ ਹੈ ਨਹੀਂ। ਸਰ ਹਰ ਵਾਰੀ ਵੈਸੇ ਜਦੋਂ ਵੀ ਅਸੀਂ ਵਿਰੋਧੀ ਧਿਰਾਂ ਕੋਲ ਗਏ ਹਾਂ ਜਾਂ ਤੁਸੀਂ ਵੀ ਸੁਣਿਆ ਦੇਖਿਆ ਹੋਣਾ, ਸੈਂਟਰ ਵਿੱਚ ਵੀ ਉਹੀ ਕਹਿੰਦੇ ਰਹੇ ਵੀ ਮਨਮੋਹਨ ਸਰਕਾਰ ਦੇ ਵੇਲੇ ਇਹ ਸਾਰਾ ਖਾਕਾ ਬਣਿਆ ਜਿਹੜਾ ਹੁਣ ਜਾ ਕੇ ਇਹਨਾਂ ਨੇ ਇੰਪਲੀਮੈਂਟ ਕਰਤਾ। ਇੱਥੇ ਵੀ ਉਹ ਤੁਹਾਡੇ 2017 ਵਾਲਾ ਬਾਰ-ਬਾਰ ਕੱਢ ਕੇ ਦਿਖਾਉਂਦੇ ਆ ਵੀ ਆਹ ਦੇਖੋ ਇਹਨਾਂ ਨੇ ਵੀ ਐਸੇ ਲੀਹ ਤੇ ਪਏ ਸੀਗੇ ਤੇ ਅਲਟੀਮੇਟਲੀ ਜੇ ਹੁਣ ਨਾ ਹੁੰਦਾ ਇਹਨਾਂ ਨੇ ਵੀ ਇੰਪਲੀਮੈਂਟ ਐਵੇਂ ਦਾ ਹੀ ਕੁਝ ਕਰਨਾ ਸੀਗਾ। ਇਹਨਾਂ ਦਾ ਕੀ ਜਵਾਬ ਹੈ? ਮੈਂ ਤੁਹਾਨੂੰ ਜਵਾਬ ਦੇ ਰਿਹਾ ਜੀ। ਮੈਂ ਵੀ ਕਹਿ ਰਿਹਾ ਵੀ ਆ ਜਦੋਂ ਕੱਲ ਲੈ ਕੇ ਆਣਗੇ ਆ ਜਿਹੜਾ ਆਪਣਾ ਪ੍ਰਾਈਵੇਟ ਬਿੱਲ ਹੈ, ਮੇਰੀ ਇਹਦੇ ਨਾਲ ਸੁਖਬੀਰ ਬਾਦਲ ਜੀ ਹੋਰਾਂ ਨਾਲ ਮੇਰੀ ਡਿਬੇਟ ਕਰਾਓ, ਖਾਂ ਆਮਣੇ ਸਾਹਮਣੇ ਬਿਠਾ ਕੇ ਡਿਬੇਟ ਕਰਾਓ ਵੀ ਇਹਦੇ 'ਚ ਨੁਕਸ ਕੀ ਹੈ ਮੈਨੂੰ ਦੱਸਣ। 17 ਵਾਲੇ 'ਚ ਜਿਹੜਾ ਸਾਡਾ ਹੈ, ਇਹਨਾਂ ਨੂੰ ਅਜੇ ਹੀ ਨਹੀਂ ਸਮਝ ਆਈ ਵੀ ਸਾਡੇ ਵਾਲਾ ਜਿਹੜਾ 2017 ਦਾ APMC ਐਕਟ ਹੈ, ਉਹ ਤੇ ਇਹਨਾਂ ਦੇ ਇਹ ਜਿਹੜਾ ਬਣਾਇਆ ਇਹਨਾਂ ਨੇ ਫਾਰਮਰ ਫੈਸਿਲੀਟੇਸ਼ਨ ਜਿਹੜਾ ਐਕਟ ਬਣਾਇਆ ਹੈ, ਉਹਦੇ 'ਚ ਦਿਨ ਰਾਤ ਦਾ ਫਰਕ ਹੈ। ਜੇ ਸੁਖਬੀਰ ਬਾਦਲ ਨੂੰ ਆਹੀ ਸਮਝ ਨਹੀਂ ਆਈ, ਕੀ ਉਹਨਾਂ ਨੂੰ ਮੈਂ ਦੋਸ਼ ਦਿਆਂ ਜੀ? ਸੋ ਕਿਹਦੇ ਨਾਲ ਮੈਂ ਕੰਧ ਦੇ ਨਾਲ, ਮੈਂ ਅਸ਼ਵਨੀ ਸ਼ਰਮਾ ਜੀ ਨੂੰ ਕਿਹਾ ਸੀ, ਮੈਂ ਕਿਹਾ ਚਲੋ ਇਹ ਤਾਂ ਕਹਿ ਦੇਣਗੇ ਸਾਨੂੰ ਤਾਂ ਸੁਖਬੀਰ ਬਾਦਲ ਹੋਰਾਂ ਨੇ ਕਿਹਾ ਸਾਨੂੰ ਤਾਂ ਪੁੱਛਿਆ ਹੀ ਨਹੀਂ, ਮੈਨੂੰ ਤਾਂ ਪਤਾ ਹੀ ਨਹੀਂ ਇਹਦੇ 'ਚ ਹੈ ਕੀ, ਇਸ ਕਰਕੇ ਮੈਂ 4 ਮਹੀਨੇ ਵਕਾਲਤ ਕਰਦਾ ਰਿਹਾ। ਫਿਰ ਤੂੰ ਵਕਾਲਤ ਕਿਉਂ ਕੀਤੀ? ਫਿਰ ਪੰਜਾਬ ਦੇ ਕਿਸਾਨਾਂ ਨੂੰ ਬੇਵਕੂਫ ਕਿਉਂ ਬਣਾਇਆ? ਚਲੋ ਛੱਡੋ, ਸੁਖਬੀਰ ਬਾਦਲ ਜੀ ਬੇਸਿਕਲੀ ਸਭ ਤੋਂ ਵੱਡੀ ਜਿਹੜੀ ਮਜਬੂਰੀ ਹੈ ਅਜੇ ਤਰਾਸਦੀ ਜਿਹੜੀ ਹੈ, ਇੱਕ ਕਿਸਾਨਾਂ ਦੀ ਪਾਰਟੀ ਦੇ ਲੀਡਰਸ਼ਿਪ ਜਿਹੜੀ ਹੈ ਦੈਟ ਇਜ਼ ਅ ਬਿਜ਼ਨਸਮੈਨ।
ਇਸੇ ਤਰ੍ਹਾਂ ਹੀ ਇਧਰਲੇ ਪਾਸੇ ਮੈਂ ਤਾਂ ਇਹਨਾਂ ਨੂੰ ਕਿਹਾ ਸੀਗਾ ਆਪਣੇ ਅਸ਼ਵਨੀ ਸ਼ਰਮਾ ਜੀ ਨੂੰ, ਮੈਂ ਕਿਹਾ ਜੀ ਆਈਡੀਅਲ ਪਲੇਸ ਫॉर ਦਿਸ ਇਜ਼ the what you call the ਉਰਸਪ੍ਰੁੰਗ ਹੈ ਜਿਹਨੂੰ ਕਹਿੰਦੇ ਆ ਫਾਊਂਟੇਨ ਹੈਡ ਆਫ ਗ੍ਰੀਨ ਰੈਵੋਲੂਸ਼ਨ ਵਾਸ ਪੰਜਾਬ ਐਗਰੀਕਲਚਰ ਯੂਨੀਵਰਸਿਟੀ PAU। ਉੱਥੇ ਆ ਜਾਓ, ਉਹ ਬੱਚੇ ਸਾਰੇ ਜਿਹੜੇ ਉੱਥੇ ਸਟੂਡੈਂਟਸ ਹੈ ਦੇ ਆਰ ਆਲ ਵੈਲ ਵਰਸਡ ਵਿਦ ਕੀ ਹੈ ਵਟ ਇਜ਼ ਖੇਤੀ, ਵਟ ਇਜ਼ ਦ ਮਾਡਰਨ ਟੈਕਨੀਕਸ, ਵਟ ਆਰ ਲਿਮਿਟੇਸ਼ਨਸ, ਵਟ ਆਰ ਦ ਪੋਟੈਂਸ਼ੀਅਲਸ। ਉੱਥੇ ਬੈਠ ਕੇ ਗੱਲ ਕਰ ਲਈਏ। ਦੇ ਵੁਡ ਐਗਰੋ ਇਕੋਨੋਮਿਸਟ ਬੈਠੇ, ਦੇ ਅੰਡਰਸਟੈਂਡ ਦ ਇੰਪਲੀਕੇਸ਼ਨਸ ਵੀ ਇਹਦਾ ਕੀ ਲੌਂਗ ਟਰਮ ਸ਼ਾਰਟ ਟਰਮ ਕੀ ਇੰਪਲੀਕੇਸ਼ਨਸ ਹੈ। ਉੱਥੇ ਬਹਿਸ ਕੇ ਆਪਾਂ ਕਰ ਲਈਏ। ਦੈਨ ਵੀ ਵਿਲ ਬੀ ਓਪਨ ਟੂ ਕੁਐਸਚਨਿੰਗ ਬਾਏ ਥੀਸ ਪੀਪਲ। ਉਹਨਾਂ ਦੇ ਪ੍ਰੋਫੈਸਰ ਸਾਹਿਬਾਨ ਬੈਠੇ ਹੋਣ, ਸਟੂਡੈਂਟਸ ਬੈਠੇ ਹੋਣ, ਗੱਲ ਕਰ ਲਈਏ। ਅਸ਼ਵਨੀ ਸ਼ਰਮਾ ਜੀ ਉਦੋਂ ਤੋਂ ਭੱਜ ਗਏ, ਕਹਿੰਦੇ ਸੁਨੀਲ ਜਾਖੜ ਦੱਸੇ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਉਹਨਾਂ ਦੇ ਮੈਨੀਫੈਸਟੋ ਸੀ। ਮੈਂ ਕਿਹਾ ਤੁਸੀਂ ਮੇਰੇ ਸਾਹਮਣੇ ਅੱਖ 'ਚ ਅੱਖ ਪਾ ਕੇ ਗੱਲ ਕਰੋ, ਮੈਂ ਜਵਾਬ ਦੇਵਾਂਗਾ। ਕਹਿੰਦੇ ਨਹੀਂ, ਅੱਖ 'ਚ ਅੱਖ ਪਾ ਕੇ ਗੱਲ ਕਰੋ। ਸਭ ਸੁਨੀਲ ਕੁਮਾਰ ਚੋਰ ਹੈ ਨਹੀਂ, ਸੁਨੀਲ ਬਿਲੀਵਸ ਇਨ ਵਟ ਇਜ਼ ਸੇਇੰਗ। ਤੁਸੀਂ ਤਾਂ ਡਰਾਮੇ ਕਰੀ ਜਾਂਦੇ, ਤੁਹਾਨੂੰ ਉੱਤੋਂ ਪੜ੍ਹ ਕੇ ਤੁਸੀਂ ਤੋਤੇ ਵਾਂਗੂ ਜੋ ਰੱਟੀ ਰਟਾਈ ਉਹਨਾਂ ਨੇ ਸਕ੍ਰਿਪਟ ਭੇਜਤੀ ਉਹ ਪੜ੍ਹੀ ਜਾਂਦੇ ਹੋ। ਆਈ ਬਿਲੀਵ ਇਨ ਇਟ, ਆਮ ਨਾਟ ਸੇਇੰਗ ਦਾ ਆਮ ਦਾ ਲਾਸਟ ਵਰਡ। ਹੋ ਸਕਦਾ ਮੇਰੇ ਸਮਝ 'ਚ ਕੋਈ ਗਲਤੀ ਹੋ, ਮੈਨੂੰ ਯੂ ਟੈਲ ਮੀ ਆਮ ਰੋਂਗ ਐਂਡ ਆਈ ਵਿਲ, ਮੇਰੇ ਕੋਲ ਐਡੀ ਈਗੋ ਹੈ ਨਹੀਂ, ਮੈਂ ਤਾਂ ਮਾਫੀ ਮੰਗ ਲੂੰਗਾ ਮੈਂ ਗਲਤ ਕਰੀ ਜਾਂਦਾ। ਦ ਬਿਗੇਸਟ ਆਈ ਥਿੰਕ ਅਜੇ ਵੀ ਜਿਹੜੀ ਗਲਤੀ ਕਰ ਰਹੇ ਤਾਂ ਇਟ ਇਜ਼ ਨਾਟ ਮਾਈ ਪੋਜੀਸ਼ਨ। ਦੇ ਸੇ ਅਨਸੋਲਿਸਿਟਿਡ ਐਡਵਾਈਸ ਇਜ਼ ਨੈਵਰ ਵੈਲਕਮ। ਪਰ ਮੈਂ ਸੁਖਬੀਰ ਜੀ ਨੂੰ ਅੱਜ ਵੀ ਕਹੂੰਗਾ, ਸੁਖਬੀਰ ਜੀ ਜੇ ਵਾਕਈ ਆਪਣੀ ਕੋਈ ਮਾੜੀ ਮੋਟੀ ਹੋਂਦ ਬਚਾਉਣੀ ਹੈ, ਕਿਸਾਨਾਂ 'ਚ ਜਾ ਕੇ ਮਾਫੀ ਮੰਗ ਲਓ ਵੀ ਮੈਂ ਤੁਹਾਡੇ ਨਾਲ 4 ਮਹੀਨੇ ਬੜਾ ਧੋਖਾ ਕੀਤਾ, ਮੇਰੇ ਸਮਝ ਨਹੀਂ ਆਈ ਜਾਂ ਮੇਰੀ ਕੋਈ ਹੋਰ ਮਜਬੂਰੀਆਂ ਸੀਗੀ, ਮੈਂ ਕੁਰਸੀ ਦੇ ਲਾਲਚ 'ਚ ਪਿਆ ਸੀਗਾ ਤੇ 4 ਮਹੀਨੇ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੀਤੀ। ਸ਼ਾਇਦ ਅੱਗੇ ਤੋਂ ਕਿਸਾਨ ਤੁਹਾਨੂੰ ਮੰਨ ਲੈਣਗੇ। ਤੁਸੀਂ ਪਲਟਾ ਖਾ ਗਏ, ਇਹਦਾ ਮਤਲਬ ਆਹ ਤਾਂ ਨਹੀਂ ਵੀ ਲੋਕ ਵੀ ਪਲਟਾ ਖਾ ਗਏ, ਉਹ ਤਾਂ ਦੇਖਦੇ ਆ ਤੁਸੀਂ ਕਿਹੜੇ ਸਟੇਸ਼ਨ ਤੋਂ ਬੋਲ ਰਹੇ ਹੋ। ਸੋ ਦੀਜ਼ ਆਰ ਇਸ਼ੂਜ਼। ਉੱਥੇ ਆਮਣੇ ਸਾਹਮਣੇ ਬੈਠ ਕੇ ਮੋਦੀ ਸਾਹਿਬ ਕਿਉਂ ਨਹੀਂ ਕਿਸਾਨਾਂ ਦੀ ਸੁਣਦੇ? ਉਹ ਅੱਜ ਤੱਕ ਕੁਝ ਵੀ ਨਹੀਂ ਕਹਿ ਰਹੇ। ਚਲੋ ਸਾਡੇ ਨਾਲ ਨਹੀਂ ਗੱਲ ਕਰਦੇ, ਜਾ ਕੇ ਪ੍ਰਧਾਨ ਮੰਤਰੀ ਨਾਲ ਜਾ ਕੇ ਪ੍ਰਧਾਨ ਮੰਤਰੀ ਜੀ ਸੁਣ ਤਾਂ ਲਓ ਇਹਨਾਂ ਦੇ ਖਦਸੇ ਕੀ ਹੈ। ਜਿਹੜੇ ਸਵਾਲ ਤੁਸੀਂ ਕੀਤਾ ਵੀ ਟਰੱਕ ਯੂਪੀ ਤੋਂ ਇੱਥੇ ਕਿਉਂ ਹੈ, ਇਹਦਾ ਜਵਾਬ ਦੇ ਦੇਣਾ ਅਸ਼ਵਨੀ ਸ਼ਰਮਾ ਜੀ। ਆਈ ਵੁੱਡ ਰੈਦਰ ਯੂ ਗੋ ਟੂ ਅਸ਼ਵਨੀ ਸ਼ਰਮਾ ਜੀ ਐਂਡ ਆਸਕ ਹਿਮ ਵਾਈ, ਕਿਉਂ ਆ ਰਹੇ ਹੈ। ਕਿਸਾਨ ਤਾਂ ਕਹਿ ਰਹੇ ਕਿ ਮੋਦੀ ਜੀ ਹੁਣ ਇੱਥੇ ਆਣਗੇ, ਜੇ ਆਣਗੇ ਸਾਡੇ ਨਾਲ ਲੈਣਾ ਤੇ ਗੱਲ ਕਰਨ, ਅਸੀਂ ਤਾਂ ਨਹੀਂ ਹੁਣ ਜਾਵਾਂਗੇ, ਅਗਲੀ ਵਾਰ ਬੁਲਾਣਗੇ। ਪਰ ਆਖਰੀ ਸਵਾਲ ਮੈਂ ਪੁੱਛਣਾ ਚਾਹੁੰਦੀ ਹਾਂ ਤੁਹਾਨੂੰ ਕਿ ਬੀਜੇਪੀ ਜਿਹੜੇ ਕਿ ਇੱਥੇ ਵੱਡੇ ਭਰਾ ਦੀ ਰੋਲ ਵਿੱਚ ਆਉਣ ਦੀ ਬਾਰ-ਬਾਰ ਗੱਲਾਂ ਸੁਗਬੁਗਾਹਟਾਂ ਜਿਹੜੀਆਂ ਸ਼ੁਰੂ ਹੋ ਗਈਆਂ ਸੀਗੀਆਂ, ਹੁਣ ਤੁਸੀਂ ਇਹ ਕਿਉਂਕਿ ਮੁੱਦਾ ਬਹੁਤ ਭਾਰੀ ਹੋ ਗਿਆ ਔਰ ਕਿਸਾਨੀ ਜਿਹੜੀ ਹੈਗੀ ਹੈ ਬਹੁਤ ਵੱਡਾ ਵੋਟ ਬੈਂਕ ਹੈਗੀ ਹੈ ਪੰਜਾਬ ਦੇ ਵਿੱਚ, ਤੁਸੀਂ ਕਿਵੇਂ ਦੇਖਦੇ ਹੋ ਹੁਣ ਬੀਜੇਪੀ ਦੇ ਹਾਲਾਤਾਂ ਨੂੰ ਆਉਣ ਵਾਲੇ ਚੋਣਾਂ ਦੇ ਵਿੱਚ? ਮੈਂ ਦੇਖੋ ਹਰੇਕ ਵਿਅਕਤੀ ਦਾ ਆਪਣਾ ਆਪਣਾ ਨਜ਼ਰੀਆ ਹੁੰਦਾ। ਤੁਸੀਂ ਜਿਸ ਤਰ੍ਹਾਂ ਗੱਲ ਕਹੀ ਹੈ ਵੀ ਇੱਕ ਬਹੁਤ ਵੱਡਾ ਕਿਸਾਨੀ ਵੋਟ ਨਹੀਂ, ਆ ਇਕੱਲੇ ਕਿਸਾਨ ਦਾ ਮੁੱਦਾ ਨਹੀਂ ਮੈਮ ਬਿੰਦੂ ਜੀ, ਇਹ ਕਿਸਾਨ ਦਾ ਮੁੱਦਾ ਨਹੀਂ। ਅਜੇ ਵੀ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਇਹ ਸਾਰੇ ਮਰਾਂਗੇ, ਕਹਿੰਦਾ ਡੂਬੇਗੀ ਕਿਸ਼ਤੀ ਤੋਂ ਡੂਬेंगे ਸਾਰੇ, ਨਾ ਤੁਮ ਹੀ ਬਚੋਗੇ ਨਾ ਸਾਥੀ ਤੁਮਾਰੇ, ਕੰਜ਼ਿਊਮਰ ਮਰੂਗਾ। ਦੇਖੋ ਇੱਕ ਸਿੰਪਲ ਜੀ ਇਕਨੋਮਿਕਸ ਹੈ। ਦੋ ਆਈ ਹੈਵ ਸਟੱਡੀਡ ਇਕਨੋਮਿਕਸ ਬਟ ਆਈ ਡੋਂਟ ਕੰਸੀਡਰ ਮਾਈ ਸੈਲਫ ਇਕਨੋਮਿਸਟ। ਆਈ ਹੈਵ ਡਨ ਆਨਰਸ ਇਨ ਇਕਨੋਮਿਕਸ ਬਟ ਸਿੰਪਲ ਕੈਲਕੂਲੇਸ਼ਨ ਹੈ। ਕਰੀਬਨ 65,000 ਕਰੋੜ ਰੁਪਏ ਦਾ ਅਨਾਜ ਅਸੀਂ ਵੇਚਦੇ ਹਾਂ। 65,000 ਕਰੋੜ ਰੁਪਏ ਇਜ਼ ਨਾਟ ਵਿਦ ਅਸ ਡਿਸਪੋਜ਼ੇਬਲ ਇਨਕਮ। ਸਾਡੀ ਇਨਕਮ ਤਾਂ ਉਹਦੇ 'ਚੋਂ 10% ਜਾਂ 20% ਜੋ ਮੁਨਾਫਾ ਸਾਨੂੰ ਬਚਦਾ ਹੈ, ਖਰਚੇ ਖੁਰਚੇ ਕੱਢ ਕੇ ਉਹਦਾ ਤੁਸੀਂ ਲਾ ਲਓ 5-6-7,000 ਕਰੋੜ ਰੁਪਈਆ ਕਿਸਾਨ ਕੋਲ ਹੈ, ਜਿਹੜਾ ਅਸੀਂ ਜਾ ਕੇ ਕੋਈ ਆਪਦੇ ਬੱਚੇ ਨੂੰ ਕੋਈ ਮੋਟਰਸਾਈਕਲ ਲੈ ਦਿੰਦਾ, ਕੋਈ ਸਾਈਕਲ ਲੈ ਕੇ ਦਿੰਦਾ, ਕੋਈ ਫਰਿੱਜ ਲਿਆਇਆ ਘਰੇ, ਕੋਈ ਕੂਲਰ ਲਿਆਇਆ, ਕੋਈ ਜਾ ਕੇ ਲੀੜੇ ਬਣਵਾ ਲਿਆ, ਕੋਈ ਮੁੰਡੇ ਨੂੰ ਪੜ੍ਹਾਉਣ ਵਾਸਤੇ ਲਾਤਾ। ਜਦੋਂ ਕਿਸਾਨ ਦੇ ਵਿੱਚ ਅਗਰ ਕਰੀਬਨ 3 ਕਰੋੜ ਟਨ ਜਿਹੜੀ ਹੈ ਆਪਣੀ ਟੋਟਲ ਫੂਡ ਗ੍ਰੇਨ, 1.25 ਕਰੋੜ ਟਨ ਆਪਾਂ ਕਣਕ ਹੁਣ ਚੱਕੀ ਹੈ ਤੇ ਹੁਣ 1 ਕਰੋੜ 70 ਲੱਖ ਟਨ ਦੇ ਕਰੀਬ ਆਪਾਂ ਝੋਨਾ ਚੱਕਣਾ ਹੈ ਤੇ 3 ਕਰੋੜ ਦੇ ਟਨ ਦੇ ਅੰਦਰ ਅਗਰ 100 ਰੁਪਈਆ ਕੁਇੰਟਲ ਵੀ ਘਟ ਗਿਆ, ਦੈਟ ਮੀਨਸ 3000 ਰੁਪਏ ਕੁਇੰਟਲ, 1000 ਰੁਪਈਆ ਕੁਇੰਟਲ ਘਟ ਗਿਆ। 1000 ਰੁਪਈਆ ਮਲਟੀਪਲਾਈਡ ਉਹਨੂੰ ਜਰਬ ਕਰਕੇ ਦੇਖੋ 3 ਕਰੋੜ ਦੇ ਨਾਲ, ਦੈਟ ਮੀਨਸ ਉਹਨਾਂ ਪੈਸਾ ਸਾਡੇ ਜੇਬਾਂ 'ਚੋਂ ਨਿਕਲ ਕੇ ਤੇ ਸ਼ਾਹੂਕਾਰਾਂ 'ਚ ਇੱਕ ਤਾਂ ਸਿਰਫ 100 ਰੁਪਏ ਦੀ ਅੱਜ ਕਣਕ 1600 ਰੁਪਏ ਵਿਕ ਰਹੀ ਹੈ। MSP ਅੱਜ ਦੇ ਦਿਨ 1950 ਰੁਪਏ ਬਿੰਦੂ ਜੀ, ਤੇ 350 ਰੁਪਏ ਘੱਟ ਵਿਕ ਰਹੀ ਹੈ ਕਿਉਂਕਿ FCI ਨਹੀਂ ਖਰੀਦ ਰਹੀ, ਜੋ ਕਿ ਹੋਣ ਜਾ ਰਿਹਾ, ਅੱਜ ਨਹੀਂ ਹੋਊਗਾ 3 ਸਾਲਾਂ ਬਾਅਦ। ਸੋ ਦੈਟ ਮੀਨਸ ਕਰੀਬਨ ਤੁਸੀਂ ਦੇਖ ਲਓ ਉਹਦਾ ਕਿੰਨਾ ਹੋਇਆ ਜੀ, 3000 ਰੁਪਈਆ ਅਗਰ ਪਰ ਉਹਦੇ 'ਤੇ ਟਨ ਦੇ ਉੱਤੇ ਗਿਆ ਤਾਂ ਤੁਸੀਂ 9000 ਕਰੋੜ ਰੁਪਈਆ ਜਿਹੜਾ ਹੈ ਕਿਸਾਨ ਦੀ ਜੇਬ 'ਚੋਂ ਨਿਕਲ ਕੇ ਸ਼ਾਹੂਕਾਰਾਂ ਦੀ ਜੇਬ 'ਚ ਜਾਂਦਾ। ਤੇ ਆਹ ਜਿਹੜੇ ਸਾਰੇ ਬਾਜ਼ਾਰ ਲੱਗੇ ਖੜੇ ਹੈ, ਵੱਡੇ ਵੱਡੇ ਮਾਲ ਖੁੱਲ੍ਹੀ ਜਾਂਦੇ ਹੈ, ਕੋਈ ਫਰਿੱਜ ਵੇਚੀ ਜਾਂਦਾ ਹੈ, ਕੋਈ ਪਿੰਡਾਂ 'ਚ ਹੁਣ ਤਾਂ ਕੂਲਰ AC ਵੀ ਦਿਸਣ ਲੱਗੇ, ਸਾਰੇ ਖਤਮ ਹੋ ਜਾਣਗੇ। ਸਭ ਚੁੱਪ ਟੱਪ ਹੋਇਆ ਪਿਆ। ਮਨ ਤਾਂ ਸਾਹਮਣੇ ਦਿਸੀ ਜਾਂਦਾ, ਕੰਧ ਤੇ ਲਿਆ ਦਿਸੀ ਜਾਂਦਾ। ਸੁਖਬੀਰ ਜੀ ਨੂੰ ਇਹ ਸਮਝ ਨਹੀਂ ਆਈ ਕੁਰਸੀ ਬੀਜੇਪੀ 22 'ਚ ਕੀ? ਹਾਂਜੀ, ਬੀਜੇਪੀ 22 ਦੇ ਵਿੱਚ
ਦੇਖੋ ਮੈਂ ਸਮਝਦਾ ਵੀ ਜਿਹੜੇ ਕਿ ਇਹਨਾਂ ਦੀਆਂ ਲੱਛਣ ਹੈ, ਇਹਨਾਂ ਦੇ ਜਿਹੜੀ ਹਰਕਤਾਂ ਹੈ, ਦੇ ਡੂ ਨਾਟ ਡਿਜ਼ਰਵ ਅ ਸਿੰਗਲ ਸੀਟ ਇਨ ਪੰਜਾਬ ਐਟਲੀਸਟ। ਮੈਂ ਤਾਂ ਬਾਕੀ ਲੋਕਾਂ ਨੇ ਫੈਸਲੇ ਕਰਨੇ ਜੀ। ਇਹ ਬੇਵਕੂਫ ਬਣਾਉਣਗੇ, ਇਹ ਕੋਈ ਨਾ ਕੋਈ ਸ਼ੋਸ਼ਾ ਖੜਾ ਕਰ ਦੇਣਗੇ ਧਰਮ ਦੇ ਨਾਂ ਤੇ, ਕੋਈ ਇੱਧਰ ਆਪਸ 'ਚ ਦੋ ਫਾੜ ਕਰਕੇ, ਜਿਵੇਂ ਯੂਨੀਅਨਸ ਨੂੰ ਉਹਨਾਂ ਨੂੰ ਜਥੇਬੰਦੀਆਂ ਨੂੰ ਫਾੜੀ ਜਾਂਦੇ ਆ, ਕੱਲ੍ਹ ਇੱਥੇ ਹੋਰ ਅੱਗ ਲਾਉਣਗੇ ਪੰਜਾਬ ਦੇ ਅੰਦਰ। ਦੇ ਵਿਲ ਗੋ ਟੂ ਐਨੀ ਐਕਸਟੈਂਟ। ਆਈ ਹੋਪ ਫॉर द ਸੇਕ ਆਫ ਪੰਜਾਬ ਵੀ ਇਸ ਗੱਲ ਦਾ ਨਿਬੇੜਾ ਹੋਵੇ, ਸੁਖੀ ਬਸੀਏ, ਸਰਕਾਰਾਂ ਬਣਾ ਲੈਣ, ਪੰਜਾਬ ਨੂੰ ਅੱਗ ਨਾ ਲਾਉਣ। ਮੇਰੀ ਇੰਨੀ ਬੇਨਤੀ ਹੈ ਮੋਦੀ ਸਾਹਿਬ, ਛੱਡੋ ਖੇੜਾ, ਤੁਸੀਂ ਐਡਾ ਸੋਹਣਾ ਮੁਲਕ ਹੈ, ਕਿਉਂ ਇਹਨਾਂ ਨੂੰ ਇਹਨਾਂ ਦੇ ਵਾਹ ਪਾਉਣ ਲੱਗੇ ਹੋ? ਅੰਬਾਨੀਆਂ ਅਡਾਨੀਆਂ ਦੇ ਹੋਰ ਬਥੇਰੇ ਬਿਜ਼ਨਸ ਹੈ, ਕੋਈ ਹੋਰ ਲੈ ਕੇ ਦੇ ਦਿਓ ਇਹਨਾਂ ਨੂੰ ਬਿਜ਼ਨਸ, ਬਸਣ ਦਿਓ ਪੰਜਾਬ ਨੂੰ। ਸਾਡਾ ਹੱਸਦਾ ਖੇਡਦਾ ਪੰਜਾਬ ਹੈ, ਬਚਾਓ ਇਹਨੂੰ। ਬਹੁਤ ਬਹੁਤ ਧੰਨਵਾਦ ਸੁਨੀਲ ਜੀ। ਇਹ ਸਾਡੇ ਨਾਲ ਸੀਗੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਜੀ। ਉਹਨਾਂ ਨੇ ਬਹੁਤ ਹੀ ਜ਼ਿਆਦਾ ਡਿਟੇਲ ਦੇ ਵਿੱਚ ਸਾਡੇ ਨਾਲ ਗੱਲ ਕੀਤੀ, ਪਰ ਜਿਹੜੀ ਸਭ ਤੋਂ ਅਹਿਮ ਗੱਲ ਸੀਗੀ, ਮੈਂ ਸਿਰਫ ਉਸੇ ਤੇ ਜਾਵਾਂਗੀ ਕਿਉਂਕਿ ਅਸੀਂ ਕੱਲ 19 ਵਿਧਾਨ ਸਭਾ ਦਾ ਦਿਨ ਹੈਗਾ, 19 ਤਰੀਕ ਹੈਗੀ ਹੈ ਕੱਲ। ਸਪੈਸ਼ਲ ਜਿਹੜਾ ਸੈਸ਼ਨ ਹੈ ਉਹ ਬੁਲਾਇਆ ਜਾ ਰਿਹਾ। ਉਹਦੇ 'ਚ ਉਹਨਾਂ ਨੇ ਇੱਕ ਹੀ ਗੱਲ ਕਹੀ ਕਿ ਜਦੋਂ ਸਰਕਾਰੀ ਪੱਖ, ਸਰਕਾਰ, ਕੈਪਟਨ ਸਾਹਿਬ ਉੱਥੇ ਖੜ ਕੇ ਬੋਲਣਗੇ ਤੇ ਬਾਕੀ ਪਾਰਟੀਆਂ ਨੂੰ ਉਹਦਾ ਜਵਾਬ ਦੇਣਾ ਔਖਾ ਹੋ ਜਾਏਗਾ। ਇਹੀ ਕਰਕਸ ਆਫ ਦਾ ਮੈਟਰ ਹੈ। ਬਾਕੀ ਤਾਂ ਅਸੀਂ ਕੱਲ੍ਹ 'ਤੇ ਹੀ ਛੱਡਦੇ ਹਾਂ ਕਿ ਕੱਲ੍ਹ ਵਿਧਾਨ ਸਭਾ 'ਚ ਕੀ ਹੋਏਗਾ। ਬਾਕੀ ਵੀ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕਹੀਆਂ, ਪਰ ਉਹਨਾਂ ਨੇ ਇਹ ਵੀ ਗੱਲ ਬਿਲਕੁਲ ਸਾਫ਼ ਕੀਤੀ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਸਰਕਾਰ, ਕਾਂਗਰਸ ਪਾਰਟੀ ਪੂਰੇ ਤਰੀਕੇ ਦੇ ਨਾਲ ਕਿਸਾਨਾਂ ਦੇ ਨਾਲ ਖੜੀ ਹੈ। ਕੈਮਰਾਮੈਨ ਜੇਪੀ ਦੇ ਨਾਲ ਬਿੰਦੂ ਸਿੰਘ, ਚੰਡੀਗੜ੍ਹ। ਇਹਦਾ ਰੰਗ ਸੰਧੂਰੀ ਏ, ਇਹ ਗੋਰੀ ਚਿੱਟੀ ਏ, ਇਹਨੂੰ ਮੈਲੀ ਨਾ ਕਰਿਓ, ਮੇਰੇ ਪੰਜਾਬ ਦੀ ਮਿੱਟੀ ਹੈ। ਤੁਸੀਂ ਇੰਜੀਨੀਅਰਿੰਗ ਦੀ ਡਿਗਰੀ ਕਰਕੇ ਫੇਰ ਖੇਤਾਂ 'ਚ ਆ ਗਏ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।